सतनाम श्री वाहिगुरु जी। श्री अंगद सब गुण के धाम, सदा सुशील परम नेह काम। श्री अंगद सब गुण के धाम। पदत पावन भगत वत्सल किरपा निधान। दसां पातशाहियां दी जोत तख्त चवर छतर दे मालिक साहिब श्री गुरु ग्रंथ साहिब जी महाराज सतगुरां दी पावन पवित्र हजूरी अंदर जुड़ बैठी गुरु रूप गुरु खालसा साध संगत जी। रसना करो पवित्र गज के आखो जी वाहिगुरु जी का खालसा वाहिगुरू जी की फतेह। आप संगतां बड़े प्रेम दे नाल गुरमत प्रचार की लड़ी नूं अगे तोरदियां होयां सत्कारयोग अमर शहीद ਗਿਆਨੀ ਜੋਗਿੰਦਰ ਸਿੰਘ ਜੀ ਚੱਕ ਰਾਜੂ ਸਿੰਘ ਵਾਲੇ ਮਹਾਂਪੁਰਖਾਂ ਦੇ ਨਗਰ ਵਿੱਚ ਇਹ 2 ਰੋਜ਼ਾ ਰਾਤਰੀ ਦੇ ਸਮਾਗਮ ਸਨ। ਅੱਜ ਦੂਸਰੇ ਦਿਨ ਦੇ ਰਾਤਰੀ ਦੇ ਸਮਾਗਮ ਚੱਲ ਰਹੇ ਨੇ, ਜਿਸ ਵਿੱਚ ਆਪ ਸੰਗਤਾਂ ਬੜੇ ਪ੍ਰੇਮ ਦੇ ਨਾਲ ਮਹਾਂਪੁਰਖਾਂ ਦੇ ਉਪਰਾਲੇ ਸਦਕਾ ਹਾਜ਼ਰੀਆਂ ਭਰ ਕੇ ਸਤ ਸੰਗਤ ਦਾ ਲਾਭ ਪ੍ਰਾਪਤ ਕਰ ਰਹੇ ਹੋ। ਆਪ ਜੀ ਨੇ ਬੜੇ ਪ੍ਰੇਮ ਦੇ ਨਾਲ ਪਿੱਛੇ ਸੁਣਿਆ ਸੀ ਕਿ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੋਇੰਦਵਾਲ ਸਾਹਿਬ ਭੇਜ ਦਿੱਤਾ ਹੈ। ਮਹਾਰਾਜ ਜੀ ਦੇ ਮਨ ਦੇ ਵਿੱਚ ਆਈ ਵੀ ਗੋਇੰਦਵਾਲ ਸਾਹਿਬ ਦੇਖ ਕੇ ਆਈਏ, ਤਾਂ ਗੁਰੂ ਅੰਗਦ ਦੇਵ ਸਾਹਿਬ ਖਡੂਰ ਸਾਹਿਬ ਤੋਂ ਚੱਲ ਕੇ ਗੋਇੰਦਵਾਲ ਸਾਹਿਬ ਦੇਖਣ ਆਏ ਹਨ। ਤਾਂ ਇੱਥੇ ਫਿਰ ਇਕਾਂਤ ਵਿੱਚ ਬੈਠੇ ਸਨ ਅਤੇ ਜਿਵੇਂ ਸਾਧ ਸੰਗਤ ਜੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਅਵਸਥਾ ਦੱਸਦੇ ਹਨ, ਉਹਨਾਂ ਦੀ ਮਹਿਮਾ, ਅਤੇ ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਨੂੰ ਉਹ ਉਪਦੇਸ਼ ਦਿੰਦੇ ਹਨ, ਅਖੀਰਲਾ ਉਪਦੇਸ਼, ਆਓ ਬੜੇ ਪ੍ਰੇਮ ਦੇ ਨਾਲ ਸਾਰੇ ਸੁਣਨ ਦਾ ਯਤਨ ਕਰੀਏ। ਸਾਰੀਆਂ ਸੰਗਤਾਂ ਰਸਨਾ ਕਰੋ ਪਵਿੱਤਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। श्री अंगद सब गुण के धाम। ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਸ਼ੁਭ ਗੁਣਾਂ ਦੇ ਧਾਮ ਸਨ। ਸਾਰੇ ਹੀ ਸ਼ੁਭ ਗੁਣ ਜਿਹੜੇ ਸੀ ਉਹ ਉਹਨਾਂ ਦੇ ਵਿੱਚ ਸਨ। सदा सुशील परम नेह काम। ਤੇ ਸਤਿਗੁਰੂ ਜੀ ਦਾ ਜਿਹੜਾ ਸੁਭਾਅ ਸੀ ਸਾਧ ਸੰਗਤ ਜੀ ਉਹ ਨਿਸ਼ਕਾਮੀ ਸੀ, ਕਿਸੇ ਤਰ੍ਹਾਂ ਦੀ ਉਹ ਕਾਮਨਾ ਨਹੀਂ ਸੀ ਆਪਣੀ ਰੱਖਦੇ, ਨਿਸ਼ਕਾਮ ਰਹੇ ਹਨ ਮਹਾਰਾਜ ਸੱਚੇ ਪਾਤਸ਼ਾਹ। ਤੇ ਸੁਭਾਅ ਮਹਾਰਾਜ ਦਾ ਬੜਾ ਠੰਡਾ ਸੀ, ਕੋਮਲ ਸੀ। ਭਗਤ ਰੂਪ ਤਰ ਜਗਤ ਦਿਖਾਇਓ। ਮੰਨ ਲਓ ਭਗਤੀ ਨੇ ਹੀ ਸੰਸਾਰ ਦੇ ਵਿੱਚ ਰੂਪ ਧਾਰ ਕੇ ਆਪਣਾ ਆਪ ਦਿਖਾਇਆ ਹੈ। ਪਰਮੇਸ਼ਰ ਦੀ ਭਗਤੀ ਹੀ ਪ੍ਰਗਟ ਹੋਈ ਹੈ ਸੰਸਾਰ ਵਿੱਚ। ਹਰਖ ਨ ਸ਼ੋਕ ਨ ਕਬ ਉਰ ਆਇਓ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਕਦੀ ਵੀ ਸਾਧ ਸੰਗਤ ਦੀ ਦੁਨੀਆ ਦਾ ਦੁੱਖ ਸੁੱਖ ਖੁਸ਼ੀ ਗਮੀ ਨਿੰਦਿਆ ਉਸਤਤ ਇਹੋ ਜਿਹੇ ਦਵੰਦ ਦਾ ਕਦੀ ਵੀ ਉਹਨਾਂ ਦੇ ਮਨ ਉੱਪਰ ਅਸਰ ਨਹੀਂ ਸੀ ਪਿਆ। ਮਾਨ ਅਮਾਨ ਸਮਾਨ ਮਹਾਨੇ। ਉਹ ਮਾਣ ਦੇ ਵਿੱਚ ਤੇ ਅਮਾਨ ਦੇ ਵਿੱਚ, ਆਦਰ ਤੇ ਨਰਾਦਰ ਦੇ ਵਿੱਚ ਇੱਕ ਸਮਾਨ ਹੀ ਰਹੇ ਹਨ। ਰਾਗ ਨਾ ਦਵੈਖ ਕਿਸੀ ਸੋ ਠਾਨੇ। ਨਾ ਕਿਸੇ ਨਾਲ ਉਹਨਾਂ ਦਾ ਮੋਹ ਸੀ ਤੇ ਨਾ ਹੀ ਕਿਸੇ ਨਾਲ ਉਹਨਾਂ ਦੀ ਈਰਖਾ ਸੀ। ਉਹ ਰਾਗ ਤੇ ਦਵੈਖ ਮੋਹ ਤੇ ਈਰਖਾ ਤੋਂ ਉੱਚੇ ਸਨ। ਅਹੰ ਬ੍ਰਹਮ ਨਿਸ਼ਚਲ ਬ੍ਰਿਤ ਅੰਤਰ। ਉਹਨਾਂ ਦੇ ਅੰਦਰ ਜਿਹੜੀ ਬਿਰਤੀ ਸੀ ਉਹ ਅਹੰ ਬ੍ਰਹਮ ਦੇ ਵਿੱਚ ਲੀਨ ਰਹਿੰਦੀ ਸੀ। ਨਿਜ ਸਰੂਪ ਸੋ ਲਗੇ ਨਿਰੰਤਰ। ਉਹ ਆਪਣੇ ਆਤਮ ਸਰੂਪ ਦੇ ਵਿੱਚ ਲਗਾਤਾਰ ਜੁੜੇ ਰਹਿੰਦੇ ਸਨ। ਜਿਸਕੋ ਛੁਵੈ ਵਿਕਾਰ ਨ ਕੋਈ। ਤਾਂ ਐਸੇ ਗਰੀਬ ਨਵਾਜ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਉਹ ਉਸ ਅਵਸਥਾ ਵਿੱਚ ਰਹਿੰਦੇ ਸੀ ਜਿਸ ਅਵਸਥਾ ਨੂੰ ਕੋਈ ਵਕਾਰ ਜਿਹੜਾ ਹੈ ਉਹ ਛੋਹ ਨਹੀਂ ਸਕਦਾ ਹੈ। ਕਿਉਂ ਸਾਧ ਸੰਗਤ ਜੀ ਸਭ ਤੋਂ ਵੱਡੇ ਵਕਾਰ ਹੀ ਹਨ ਜਿਹੜੇ ਆਪਣੀ ਭਗਤੀ ਬੰਦਗੀ ਸੇਵਾ ਸਿਮਰਨ ਖਤਮ ਕਰ ਦਿੰਦੇ ਹਨ। ਜਿਵੇਂ ਗ੍ਰੰਥਾਂ ਦੇ ਵਿੱਚ ਲਿਖਿਆ ਕਾਮ ਬਰੋਬਰ ਵਿਆਦ ਨਹਿ 70 ਨਾ ਮੋਹ ਸਮਾਨ
ਆਨ ਅਗਨੈ ਕ੍ਰੋਧ ਸਮ ਸੁਖ ਨਾ ਸਮਾਨ ਗਿਆਨ। ਸੰਸਾਰ ਦੇ ਵਿੱਚ ਕਈ ਰੋਗ ਹਨ, ਪਰ ਕਾਮ ਦੇ ਸਮਾਨ ਸੰਸਾਰ ਦੇ ਵਿੱਚ ਕੋਈ ਬਿਮਾਰੀ ਨਹੀਂ ਹੈ। ਹੋਰ ਜਿਹੜੀਆਂ ਵਿਆਧੀਆਂ ਨੇ, ਬਿਮਾਰੀਆਂ ਨੇ, ਉਹ ਇਸੇ ਜਨਮ ਵਿੱਚ ਦੁੱਖ ਦਿੰਦੀਆਂ ਹਨ, ਪਰ ਇਹ ਕਾਮ ਰੂਪੀ ਜਿਹੜੀ ਬਿਮਾਰੀ ਆ ਇਹ ਹਰੇਕ ਜਨਮ ਦੇ ਵਿੱਚ ਬੰਦੇ ਨੂੰ ਸਾੜਦੀ ਆ, ਦੁੱਖ ਦਿੰਦੀ ਹੈ। ਇਸ ਕਰਕੇ ਸਾਧ ਸੰਗਤ ਜੀ, ਤਾਂ ਮਹਾਂਪੁਰਖਾਂ ਲਿਖਿਆ ਕਾਮ ਬਰੋਬਰ ਵਿਆਧ ਨਹਿ। ਕਾਮ ਵਰਗੀ ਬਿਮਾਰੀ ਨਹੀਂ ਸੰਸਾਰ ਦੇ ਵਿੱਚ, ਔਰ ਨਹਿ ਸਤਰ ਮੋਹ ਸਮਾਨ, ਤੇ ਮੋਹ ਵਰਗਾ ਕੋਈ ਦੁਸ਼ਮਣ ਨਹੀਂ ਹੈ। ਆਨ ਅਗਨ ਨਹਿ ਕ੍ਰੋਧ ਸਮ। ਅੱਗ ਠੀਕ ਆ ਦੁਨੀਆ ਦੀ ਸਾੜਦੀ ਹੈ, ਪਰ ਕ੍ਰੋਧ ਵਰਗੀ ਅੱਗ ਦੁਨੀਆ ਦੀ ਕੋਈ ਵੀ ਨਹੀਂ ਹੈ। ਜਿਹੜੀ ਕ੍ਰੋਧ ਦੀ ਅਗਨੀ ਹੈ ਸਾਧ ਸੰਗਤ ਜੀ, ਇਹ ਸਭ ਤੋਂ ਮਾੜੀ ਮੰਨੀ ਗਈ ਹੈ। ਇਸ ਕਰਕੇ ਇਹ ਬੰਦੇ ਨੂੰ, ਜਿਵੇਂ ਮਹਾਰਾਜ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗਾਲੈ, ਜਿਉ ਕੰਚਨ ਸੁਹਾਗਾ ਢਾਲੈ। ਇਸ ਤਰ੍ਹਾਂ ਸਾਧ ਸੰਗਤ ਜੀ, ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ। ਇਹਦੀ ਐਸੀ ਅਵਸਥਾ ਮਹਾਂਪੁਰਖਾਂ ਨੇ, ਬ੍ਰਹਮ ਗਿਆਨੀਆਂ ਨੇ ਦੱਸੀ ਹੈ। ਔਰ ਸੁਖ ਨਾ ਸਮਾਨ ਗਿਆਨ, ਤੇ ਗਿਆਨ ਵਰਗਾ ਕੋਈ ਸੰਸਾਰ ਦੇ ਵਿੱਚ ਸਾਧ ਸੰਗਤ ਜੀ ਸੁਖ ਨਹੀਂ ਹੈ। ਤਾਂ ਦ੍ਰਿਸ਼ਟਾਂਤ ਦਿੰਦੇ ਹਨ, ਇੱਕ ਪੁਰਸ਼ ਚਾਹੇ ਜੋ ਕਰੇ, ਮਨ ਭਾਉਂਦਾ ਕਰੇ, ਚੰਗੇ ਚੰਗੇ ਭੋਜਨ ਬਣਾ ਕੇ ਖਾਵੇ, ਸੋਹਣੇ ਸੋਹਣੇ ਬਸਤਰ ਪਹਿਰੇ, ਤਾਂ ਇਹਨਾਂ ਗੱਲਾਂ ਦੇ ਨਾਲ ਲੋਕ ਨਾਰਾਜ਼ ਨਹੀਂ ਹੁੰਦੇ। ਪਰ ਜਦੋਂ ਉਹ ਕੋਈ ਮਾੜੀ ਹਰਕਤ ਕਰੇ ਤਾਂ ਉਹਦੇ ਚੰਗੇ ਕੱਪੜੇ, ਚੰਗਾ ਖਾਣਾ, ਪਿੰਡ 'ਚ ਸਤਿਕਾਰ, ਉਹ ਸਭ ਦੇ ਸਿਰ ਦੇ ਵਿੱਚ ਹੀ ਸਵਾਹ ਪੈ ਜਾਂਦੀ ਹੈ। ਉੱਦਾਂ ਲੋਕ ਕਿਸੇ ਨੂੰ ਕੁਛ ਨਹੀਂ ਕਹਿੰਦੇ, ਚੰਗਾ ਖਾਓ, ਚੰਗਾ ਪਾਓ। ਤਾਂ ਇਸ ਕਰਕੇ ਇਹਦੇ ਵਰਗੀ ਬਿਮਾਰੀ ਨਹੀਂ, ਸਾਰੇ ਇਹਦੇ ਦੁਸ਼ਮਣ ਬਣ ਜਾਂਦੇ ਹਨ। ਫਿਰ ਸਾਧ ਸੰਗਤ ਜੀ, ਹਰੇਕ ਜਗ੍ਹਾ ਤੇ ਉਹ ਬੇਇੱਜ਼ਤੀ ਕਰਾਉਂਦਾ ਹੈ। ਇਸ ਕਰਕੇ ਜਿਹੜਾ ਕਾਮ ਆ, ਇਹਨੂੰ 18ਵੇਂ, ਜਿਹਨੂੰ ਆਪਾਂ ਕੋੜ ਵੀ ਕਹਿ ਦਿੰਦੇ ਨਾ, ਇਹ ਕੋੜ ਦੇ ਸਮਾਨ ਇਹਨੂੰ ਮੰਨਿਆ ਗਿਆ ਹੈ ਧਾਰਮਿਕ ਗ੍ਰੰਥਾਂ ਦੇ ਵਿੱਚ। ਤਾਂ ਸ਼ੰਕਾ ਕਰਦੇ ਹਨ, ਇਸ ਜੀਵ ਦਾ ਸੰਸਾਰ ਦੇ ਵਿੱਚ ਸ਼ਤਰੂ ਕੌਣ ਆ? ਤਾਂ ਕਹਿੰਦੇ ਮੋਹ ਦੇ ਸਮਾਨ ਇਸ ਜੀਵ ਦਾ ਕੋਈ ਸ਼ਤਰੂ ਨਹੀਂ, ਮੋਹ ਤੋਂ ਵੱਡਾ ਕੋਈ ਸ਼ਤਰੂ ਨਹੀਂ। ਕਿਉਂਕਿ ਸ਼ਤਰੂ, ਦੁਸ਼ਮਣ, ਵੈਰ, ਸ਼ਰੀਕਾ, ਈਰਖਾ ਬਾਜੀ, ਉਹ ਸਿਰਫ ਇੱਕ ਜਨਮ ਦੇ ਵਿੱਚ ਬੰਦੇ ਨੂੰ ਦੁੱਖ ਦਿੰਦੇ ਹਨ। ਪਰ ਜਿਹੜਾ ਮੋਹ ਹੈ, ਇਹ ਜਨਮਾਂ ਜਨਮਾਂਤਰਾਂ ਦਾ ਦੁੱਖ ਦੇਣ ਵਾਲਾ ਹੈ। ਇਸ ਕਰਕੇ ਹੋਰ ਜਨਮਾਂ ਦੇ ਵਿੱਚ ਬੰਦੇ ਨੂੰ ਪੈਦਾ ਕਰਦਾ ਹੈ। ਮੋਹ ਕਰਕੇ ਹੀ ਸਾਧ ਸੰਗਤ ਜੀ ਜਨਮ ਪ੍ਰਾਪਤ ਹੁੰਦਾ ਹੈ। ਵੇਖ ਲਓ ਕਿੱਡੇ ਕਿੱਡੇ ਬ੍ਰਹਮ ਗਿਆਨੀ ਹੋਏ ਸੰਸਾਰ ਦੇ ਵਿੱਚ। ਇੱਕ ਬ੍ਰਹਮ ਗਿਆਨੀ ਹੋਏ ਨੇ ਜੜ ਭਰਤ ਜੀ। ਤਾਂ ਉਹਨਾਂ ਦਾ ਪਿਛਲਾ ਜਨਮ ਦੱਸਦੇ ਹਨ ਕਿ ਜਦੋਂ ਉਹ ਬੰਦਗੀ ਕਰਦੇ ਪਏ ਸੀ ਨਾ ਜੰਗਲ ਦੇ ਵਿੱਚ, ਤਾਂ ਉਦੋਂ ਸਾਧ ਸੰਗਤ ਜੀ ਇੱਕ ਹਰਨੀ ਦਾ ਬੱਚਾ ਪਾਲ ਲਿਆ ਉਹਨਾਂ ਨੇ। ਤਾਂ ਉਹਦੇ ਨਾਲ ਐਸਾ ਮੋਹ ਪੈ ਗਿਆ ਵੀ ਇੱਕ ਸਕਿੰਟ ਉਹਦੇ ਤੋਂ ਬਿਨਾਂ ਰਹਿਣ ਨਾ। ਇੱਕ ਦਿਨ ਉਹ ਹਰਨੀ ਦਾ ਬੱਚਾ ਕਿਤੇ ਚਲਾ ਗਿਆ, ਪਤਾ ਨਹੀਂ, ਤੇ ਉਹਦੇ ਮੋਹ ਦੇ ਵਿੱਚ ਹੀ ਰੋ ਰੋ ਕੇ ਦੁਖੀ ਹੋ ਕੇ ਕਿੱਥੇ ਚਲੇ ਗਿਆ, ਸੋਚ ਸੋਚ ਕੇ ਸਰੀਰ ਹੀ ਛੱਡ ਦਿੱਤਾ ਆਪਣਾ। ਤਾਂ ਇਸ ਕਰਕੇ ਇਹ ਮੋਹ ਏਡਾ ਦੁਖਦਾਈ ਆ, ਵੱਡੇ ਵੱਡੇ ਸਾਧੂਆਂ ਨੂੰ ਵੀ ਜਨਮ ਅੱਗੇ ਦਵਾ ਦਿੰਦਾ ਹੈ। ਉਹਨਾਂ ਨੂੰ ਫੇਰ ਦੁਬਾਰਾ ਜਨਮ ਲੈ ਕੇ ਬੰਦਗੀ ਕਰਨੀ ਪਈ, ਫੇਰ ਭਜਨ ਕਰਨਾ ਪਿਆ ਪਰਮੇਸ਼ਰ ਦਾ। ਤੇ ਫੇਰ ਸਾਧ ਸੰਗਤ ਜੀ, ਅੱਗ ਤੋਂ ਵੀ ਵੱਧ ਸਾੜਨ ਵਾਲਾ ਕੌਣ ਹੈ? ਕਹਿੰਦੇ ਕ੍ਰੋਧ ਹੈ। ਕ੍ਰੋਧ ਦੇ ਸਮਾਨ ਸੰਸਾਰ ਦੇ ਵਿੱਚ ਹੋਰ ਕੋਈ ਅੱਗ ਨਹੀਂ ਹੈ ਦੁਨੀਆ ਦੇ ਵਿੱਚ। ਇਸ ਅਗਨੀ ਦਾ ਸੜਿਆ ਹੋਇਆ ਸੰਸਾਰ ਵਿੱਚ ਰਾਜੀ ਹੁੰਦਾ ਵਾ, ਪਰ ਕ੍ਰੋਧ ਦੇ ਫੂਕੇ ਹੋਏ ਰਾਜੀ ਨਹੀਂ ਹੁੰਦੇ ਹਨ। ਭਾਵ ਨਰਕਾਂ ਵਿੱਚ ਪੈਂਦੇ ਨੇ, ਅਨੇਕਾਂ ਦੁੱਖ ਸਹਾਰਦੇ ਹਨ। ਤਾਂ ਸ਼ੰਕਾ ਕੀਤੀ ਵੀ ਐਸਾ ਦੁੱਖ ਕ੍ਰੋਧ ਨਾਲ ਕਿਹਨੂੰ ਮਿਲਿਆ?
ਤਾਂ ਕਹਿੰਦੇ ਵੀ ਇੱਕ ਤੁਹਾਨੂੰ ਗੱਲ ਸੁਣਾਉਂਦੇ ਆ। ਇੱਕ ਬ੍ਰਾਹਮਣ ਸੀ, ਕਹਿੰਦੇ ਵੇਦ ਪਾਠੀ ਸੀ। ਤੇ ਹੁਣ ਹਿਸਾਬ ਲਾ ਲਓ ਵੀ ਵੇਦ ਪੜ੍ਹਨਾ ਕੋਈ ਸੌਖਾ ਥੋੜ੍ਹੀ ਆ। 12 ਸਾਲ ਤੇ ਖਣੀ ਕਹਿੰਦੇ ਵਿਆਕਰਨ ਪੜ੍ਹਦਿਆਂ ਹੀ ਲੱਗ ਜਾਂਦੇ ਹਨ। ਤੇ ਫਿਰ ਵਿਆਕਰਨ ਕਿੰਨੀ ਮਿਹਨਤ ਕਰਕੇ ਪੜੂਗਾ। ਤੇ ਵੇਦਾਂ ਦਾ ਪਾਠੀ ਸੀ ਉਹ। ਤਾਂ 3 ਟਾਈਮ ਉਹ ਆਪਣਾ ਭਜਨ ਵੀ ਕਰਦਾ ਸੀ, ਜੋ ਉਹਨਾਂ ਦੀ ਮਰਿਆਦਾ। ਇੱਕ ਦਿਨ ਉਹ ਦੂਸਰੇ ਪਿੰਡ ਦੇ ਵਿੱਚ ਗਿਆ। ਤਾਂ ਜਦੋਂ ਉਹ ਦੂਸਰੇ ਪਿੰਡ ਦੇ ਵਿੱਚ ਜਾਂਦਾ ਹੈ ਤਾਂ ਉੱਥੇ ਤਲਾਅ ਉੱਤੇ ਜਾ ਕੇ ਇਸ਼ਨਾਨ ਕਰਕੇ ਆਪਦਾ ਜਪ ਕਰਨ ਲੱਗਾ। ਤਾਂ ਉਹ ਧੋਬੀ ਘਾੜ ਸੀ। ਉਹਨੂੰ ਬ੍ਰਾਹਮਣ ਨੂੰ ਵਿਚਾਰੇ ਨੂੰ ਪਤਾ ਨਹੀਂ ਸੀ ਵੀ ਇਹ ਧੋਬੀ ਘਾੜ ਹੈ। ਇੰਨੇ ਚਿਰ ਨੂੰ ਕੱਪੜੇ ਲੈ ਕੇ ਧੋਬੀ ਆ ਗਿਆ। ਤੇ ਉਹਨੇ ਆਉਂਦਿਆਂ ਹੀ ਅੱਖਾਂ ਕਰ ਲਈਆਂ ਲਾਲ ਤੇ ਕਹਿੰਦਾ ਛੇਤੀ ਉੱਠ ਇੱਥੋਂ, ਇਹ ਸਾਡੀ ਜਗ੍ਹਾ ਮਲ ਕੇ ਬੈਠ ਗਿਆ ਹੈ। ਤਾਂ ਉਹ ਵਿਚਾਰਾ ਸਾਧ ਬੰਦਾ ਕਹਿਣ ਲੱਗਾ ਵੀ ਥੋੜਾ ਚਿਰ ਠਹਿਰ ਜਾ। ਉਹਨੇ ਹੱਥ ਨਾਲ ਇਸ਼ਾਰਾ ਕੀਤਾ, ਬੋਲੇ ਤੇ ਉਹ ਨਾ। ਉਹ ਪਾਠ ਵਿੱਚ ਬੋਲਣਾ ਨਹੀਂ ਚਾਹੀਦਾ ਹੈ। ਤਾਂ ਬੋਲੇ ਤੇ ਉਹ ਨਾ। ਤੇ ਉਹਨੇ ਹੱਥ ਨਾਲ ਹਰ ਕੇ ਇਸ਼ਾਰਾ ਕੀਤਾ ਵੀ ਮੈਂ ਉੱਠ ਖਲੋਣਾ ਵਾਂ, ਵੀ ਜੀਰਾ ਕਰ ਥੋੜਾ ਜਿਹਾ। ਇੰਨਾ ਜੇ ਉਹਨੇ ਇਸ਼ਾਰਾ ਹੀ ਕੀਤਾ ਸੀ, ਪਰ ਉਹ ਧੋਬੀ ਕਿੱਥੇ ਹਟੇ ਉਹਦੇ ਗੱਲ ਨੂੰ ਆਵੇ। ਉਹਦੇ ਨੂੰ ਹਾਰ ਕੇ ਵਿਚਾਰੇ ਨੂੰ ਵਿੱਚੇ ਹੀ ਬੋਲਣਾ ਪੈ ਗਿਆ। ਤਾਂ ਇੰਨਾ ਉਹਨੇ ਕਿਹਾ, ਧੋਬੀ ਨੇ ਡਾਂਗ ਫੜ ਲਈ। ਉਹਨੇ ਆਖਿਆ ਵੀ ਤੈਨੂੰ ਕੀ ਅੱਗ ਲੱਗੀ? ਬ੍ਰਾਹਮਣ ਨੇ ਅੱਗੋਂ ਕਹਿਦਾ ਵੀ ਕੀ ਅੱਗ ਲੱਗੀ ਜਿਹੜੀ ਬੁਝਾਉਣੀ ਤੂੰ ਜਾ ਕੇ, ਜੀਰਾ ਨਹੀਂ ਹੁੰਦਾ 2 ਮਿੰਟ। ਤਾਂ ਉਹਨੇ ਡਾਂਗ ਚੁੱਕ ਕੇ ਸਿਰ ਦੇ ਵਿੱਚ ਮਾਰੀ ਤੇ ਬ੍ਰਾਹਮਣ ਦਾ ਸਿਰ ਖਿਲਾਰ ਕੇ ਪਰੇ ਮਾਰਿਆ। ਤੇ ਉਹ ਵਿਚਾਰਾ ਸਾਧ ਬੰਦਾ, ਉਹਨੇ ਖਿਮਾ ਕਰਤਾ। ਚਲੋ ਵੈਸੇ ਇੱਦਾਂ ਇੰਨਾ ਗੁੱਸਾ ਕਾਬੂ ਕਰਨਾ ਤੇ ਬੜਾ ਔਖਾ, ਪਰ ਉਹਨੇ ਕਰ ਲਿਆ ਕਾਬੂ ਕਿਸ ਤਰ੍ਹਾਂ ਆਪਣੇ ਆਪ ਨੂੰ। ਉਹਨੇ ਫੇਰ ਵੀ ਨਾ ਕੁਝ ਕਿਹਾ। ਤਾਂ ਉਧਰ ਮਹਾਰਾਜ ਨੂੰ ਖਿੱਚ ਪਈ ਫਿਰ ਵੀ ਇਹ ਧੋਬੀ ਅਕਾਰਨ ਹੀ ਸਾਡੇ ਭਗਤ ਨੂੰ ਏਡੀ ਵੱਡੀ ਸੱਟ ਮਾਰ ਦਿੱਤੀ ਆ। ਉਹਨੇ ਫੇਰ ਕੁਝ ਨਹੀਂ ਕਿਹਾ ਤੇ ਇਹਨੂੰ ਬੰਦਾ ਬਣਾਉਣਾ ਮੈਂ ਰੱਬ ਨੇ ਸੋਚਿਆ। ਅਜੇ ਕਹਿੰਦੇ ਮਹਾਰਾਜ ਤਿਆਰੀ ਤੁਰੀ ਕਰਕੇ ਆਉਣ ਹੀ ਲੱਗਾ ਸੀ, ਇੰਨੇ ਚਿਰ ਨੂੰ ਬ੍ਰਾਹਮਣ ਨੂੰ ਵੀ ਗੁੱਸਾ ਆ ਗਿਆ ਵੀ ਆਪਾਂ ਵੀ ਖੀਰ ਖਾਧੀ ਆ, ਮੋਟੇ ਤਾਜੇ ਪਲੇ ਆ, ਵੀ ਆਪਣਾ ਏਡਾ ਸਰੀਰ ਰੱਖਣ ਦਾ ਕੀ ਫਾਇਦਾ ਜੇ ਇਹ ਜਰਾਂ ਖਨਾ ਸਿਰ 'ਚ ਡਾਂਗ ਮਾਰਿਆ ਕਰੂਗਾ ਆਪਣੇ। ਤਾਂ ਇਸ ਤਰ੍ਹਾਂ ਅਜੇ ਤਾਂ ਮਹਾਰਾਜ ਤਿਆਰੀ ਕਰਕੇ ਆਉਣ ਹੀ ਲੱਗੇ ਸੀ ਵੀ ਇਹਨੂੰ ਧੋਬੀ ਨੂੰ ਮੈਂ ਮੱਤ ਦਿੰਦਾ। ਤਾਂ ਸਾਧ ਸੰਗਤ ਜੀ ਫਿਰ ਕੀ ਹੋਇਆ, ਬ੍ਰਾਹਮਣ ਨੂੰ ਵੀ ਗੁੱਸਾ ਆ ਗਿਆ ਤੇ ਚਿੱਤ ਵਿੱਚ ਕਹਿੰਦਾ ਵੀ ਆਪਾਂ ਕਿੱਡੇ ਮੋਟੇ ਤਾਜੇ ਆ, ਇਹ ਕੀ ਮਰਿਆ ਜਾਂ ਧੋਬੀ ਮੇਰੇ ਅੱਗੇ, ਇਹ ਤੋਂ ਡਾਂਗ ਖਾ ਲਈ ਆ। ਤਾਂ ਲਾਗੇ ਇੱਕ ਪੱਥਰ ਪਿਆ ਸੀ, ਉਹਨੇ ਚੁੱਕ ਕੇ ਧੋਬੀ ਦਾ ਸਿਰ ਪਾੜ ਦਿੱਤਾ। ਤੇ ਮਹਾਰਾਜ ਜਿਹੜੇ ਐ ਭੱਜ ਕੇ ਆਉਣ ਲੱਗੇ ਸੀ ਨਾ ਸੱਚਖੰਡ 'ਚ, ਉਹ ਬਹਿ ਗਏ ਚੁੱਪ ਕਰਕੇ ਉੱਥੇ ਹੀ। ਤਾਂ ਉਹ ਕਿਸੇ ਨੇ ਪੁੱਛਿਆ, ਮਹਾਰਾਜ ਤੁਸੀਂ ਤੇ ਜੁੱਤੀ ਵੀ ਨਹੀਂ ਪਾਈ, ਭੱਜ ਚੱਲੇ ਸੀ। ਉਹ ਕਹਿੰਦੇ ਭਰਾਵਾ ਹੁਣ ਦੋਵੇਂ ਬਰਾਬਰ ਹੋ ਗਏ ਆ, ਜਾਣਾ ਕਾਹਨੂੰ, ਇੱਥੇ ਬਹਿਨੇ ਚੁੱਪ ਕਰਕੇ। ਤਾਂ ਇਸ ਕਰਕੇ ਕ੍ਰੋਧ ਕਰਕੇ ਵੇਖ ਲਓ ਕਿੱਡੇ ਕਿੱਡੇ ਪੁਰਸ਼ ਜਿਹੜੇ ਨੇ ਉਹ ਦੁੱਖ ਪਾਉਂਦੇ ਹਨ। ਕਹਿੰਦੇ ਮੱਤ ਤੇ ਉਦੋਂ ਹੀ ਕਰਨੀ ਸੀ ਨਾ ਜੇ ਕੋਈ ਖਿਮਾ ਕਰ ਦਿੰਦਾ। ਫੇਰ ਤੇ ਕਹਿੰਦੇ ਚੱਲ ਮੈਨੂੰ ਆਪ ਆਉਣਾ ਪੈਣਾ ਸੀ। ਹੁਣ ਉਹ ਕਹਿੰਦੇ ਠੀਕ ਆ, ਉਹ ਵੀ ਮੋਟਾ ਤਾਜ਼ਾ ਪਲਿਆ, ਇੱਕ ਦੂਜੇ ਦਾ ਕਰ ਲਿਆ ਉਹਨਾਂ ਜੋ ਕਰਨਾ ਸੀ। ਤਾਂ ਇੱਦਾਂ ਸਾਧ ਸੰਗਤ ਜੀ ਕ੍ਰੋਧ ਨੇ ਬੜੇ ਫੂਕੇ ਹਨ। ਤੇ ਅਸਲੀ ਸੁੱਖ ਕਿਹੜਾ ਹੈ? ਉਹ ਹੈ ਸਮਾਨ ਗਿਆਨ ਦੇ ਵਿੱਚ, ਜਿੱਥੇ ਨਾ ਕਾਮ ਨਾ ਕ੍ਰੋਧ ਨਾ ਹਰਖ ਨਾ ਸੋਗ ਨਾ ਖੁਸ਼ੀ ਨਾ ਗਮੀ ਨਾ ਨਿੰਦਿਆ ਦਾ ਅਸਰ ਨਾ ਉਸਤਤ ਦਾ ਅਸਰ, ਉਹਨੂੰ ਸਮਾਨ ਗਿਆਨ ਕਹਿੰਦੇ ਹਨ। ਉਹ ਸਾਧ ਸੰਗਤ ਜੀ ਅਸਲੀ ਸੁੱਖ ਹੈ। ਤਾਂ ਵੇਖ ਲਓ ਬਾਣੀ ਦੇ ਵਿੱਚ ਮਹਾਰਾਜ ਜੀ ਨੇ ਬੜੇ ਜ਼ੋਰ ਦੇ ਕੇ ਗੱਲ ਕਹੀ ਹੈ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ ਜਾਮਹਿ ਤਾਕੀ ਕੇਤਕ ਆਸ। ਹਰਨ ਮੱਛੀ ਭੌਰਾ ਪਤੰਗਾ ਹਾਥੀ ਇੱਕ ਇੱਕ ਮਾੜੀ ਆਦਤ ਕਰਕੇ ਤਬਾਹ ਹੋਏ ਨੇ, ਖਤਮ ਹੋਏ ਨੇ, ਮਾਰੇ ਗਏ ਹਨ। ਤੇ ਜਿਸ ਬੰਦੇ ਵਿੱਚ ਇਹ ਪੰਜੇ ਚੀਜ਼ਾਂ ਇਕੱਠੀਆਂ ਰਹਿੰਦੀਆਂ ਨੇ ਉਹਦਾ ਕੀ ਬਣੂਗਾ? ਪੰਚ ਦੋਖ ਅਸਾਧ ਜਾਮੈ ਤਾਕੀ ਕੇਤਕ ਆਸ, ਤਾਂ ਉਹਦੀ ਕੀ ਆਸ ਕਰਾਂਗੇ? ਤਾਂ ਇਸ ਕਰਕੇ ਸ਼ਬਦ ਸਪਰਸ਼ ਰੂਪ ਰਸ ਗੰਧ ਪੰਚੋ ਕਾਰਨ ਨਾਸ,
ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਪੰਜੇ ਹੀ ਬੰਦੇ ਨੂੰ ਖਤਮ ਕਰ ਦਿੰਦੇ ਹਨ। ਜੋ ਜਨ ਪਾਂਚੋ ਵਸ ਪਏ ਕਥਾ ਕਹੇ ਕੋ ਤਾਸ। ਗੁਰਬਾਣੀ ਦੀ ਵਿਆਖਿਆ ਕੀਤੀ, ਜਿਹੜਾ ਪੰਜਾਂ ਦੇ ਵਸ ਤੁਰਿਆ ਫਿਰਦਾ ਹੈ ਉਹਦੀ ਕੀ ਹਾਲਤ ਦਸੀਏ। ਤੇ ਅਸਲੀ ਕੌਣ ਆ? ਸੁਪਨੇ ਹੂੰ ਮੈਂ ਕਾਮ ਸੇ ਜੋ ਨਹਿ ਪੀੜਤ ਹੋਏ, ਸੂਰਵਈ ਸੰਸਾਰ ਮੈਂ ਮਾਨਤ ਸੱਜਣ ਸੋਏ। ਤਾਂ ਬੜੇ ਪ੍ਰੇਮ ਦੇ ਨਾਲ ਕਹਿੰਦੇ ਜਿਹਨੂੰ ਸੁਪਨੇ ਵਿੱਚ ਵੀ ਵਿਕਾਰ ਨਹੀਂ ਪੈਦਾ ਹੁੰਦਾ ਉਹ ਅਸਲੀ ਸਾਧੂ ਹੈ। ਕਿਉਂ ਜਦੋਂ ਰਾਤ ਪੈਂਦੀ ਆ, ਜਿਹੜਾ ਸਾਡਾ ਅਨਕੌਂਸ਼ੀਅਸ ਮਾਈਂਡ ਆ ਨਾ, ਸਮਾਨ ਚੇਤਨ, ਉਹ 'ਚ ਬੜੀ ਤਾਕਤ ਆ ਜਾਂਦੀ ਹੈ। ਜਾਂ ਇਹ ਸਵੇਰੇ ਆਉਂਦੀ ਉਹ 'ਚ ਜਦੋਂ ਅੰਮ੍ਰਿਤ ਵੇਲਾ ਹੁੰਦਾ, ਜਾਂ ਰਾਤ ਨੂੰ ਸੌਣ ਲੱਗਿਆ ਆਉਂਦੀ। ਤਾਂ ਇਸ ਕਰਕੇ ਉਦੋਂ ਸੌਣ ਲੱਗਿਆ ਇਹ ਮਨ ਬਹੁਤ ਤਾਕਤਵਰ ਹੋ ਜਾਂਦਾ। ਉਦੋਂ ਇਹ ਸੋਚਣਾ ਚਾਹੀਦਾ ਹੈ ਵੀ ਜਿਹੜਾ 24 ਘੰਟੇ ਦਾ ਮੇਰਾ ਪ੍ਰੋਗਰਾਮ ਚੱਲਦਾ ਉਹਨੂੰ ਬਦਲਣਾ ਚਾਹੀਦਾ ਹੈ, ਬਦਲਿਆ ਜਾ ਸਕਦਾ ਜੇ ਉਦੋਂ ਥੋੜ੍ਹਾ ਜਿਹਾ ਆਪਣੇ ਮਨ ਨਾਲ ਗੱਲਾਂ ਕੀਤੀਆਂ ਜਾਣ। ਜਾਂ ਤੁਸੀਂ ਇੱਦਾਂ ਕਰਿਓ, ਜਦੋਂ ਰਾਤ ਨੂੰ ਸੌਣ ਲੱਗੋਗੇ ਉਦੋਂ ਕਹਿ ਦਿਓ ਮੈਨੂੰ ਸਵੇਰੇ ਠਾ ਦੀ, ਇੰਨੇ ਵਜੇ ਠਾ ਦੀ। ਜੇ ਨਾ ਤੁਹਾਡੀ ਅੱਖ ਖੁੱਲੀ ਤੇ ਵੇਖਿਓ, ਮੈਨੇ ਉਦੋਂ ਇੰਨਾ ਇਹ ਤਾਕਤ ਹੁੰਦਾ ਸੌਣ ਲੱਗਿਆ ਤੇ ਸਵੇਰੇ ਅੰਮ੍ਰਿਤ ਵੇਲੇ। ਇਸੇ ਕਰਕੇ ਕਿਹਾ ਨਾ, ਊਠਤ ਬੈਠਤ ਸੋਵਤ ਨਾ। ਸੌਣ ਤੋਂ ਪਹਿਲਾਂ ਵੀ ਕੋਚਰ ਨਾਮ ਜਪਿਆ ਕਰੋ ਤੇ ਉੱਠ ਕੇ ਵੀ ਜਪਿਆ ਕਰੋ, ਦੋਵੇਂ ਅਵਸਥਾ ਦੇ ਵਿੱਚ ਕਿਹਾ ਹੈ। ਤਾਂ ਉਸੇ ਵੇਲੇ ਠਾ ਦੂਗਾ ਉਸ ਟਾਈਮ ਤੁਹਾਨੂੰ। ਅੱਗੇ ਆਪਣੀ ਮਰਜ਼ੀ ਨਹੀਂ ਉੱਠਣਾ ਕਿ ਨਹੀਂ, ਅੱਖ ਤੁਹਾਡੀ ਖੋਲ ਦੂਗਾ ਉਸੇ ਟਾਈਮ ਤੇ ਖੋਲੂਗਾ। ਕਰਕੇ ਵੇਖ ਲਿਓ ਭਾਵੇਂ ਅੱਜ। ਤਾਂ ਇਸ ਕਰਕੇ ਸਾਧ ਸੰਗਤ ਜੀ, ਇਹ ਪ੍ਰੋਗਰਾਮ ਜਿਹੜਾ ਸਾਡਾ 24 ਘੰਟਿਆਂ ਦਾ, ਇਹ ਬਦਲਿਆ ਜਾ ਸਕਦਾ ਜੇ ਆਪਣੇ ਸਮਾਨ ਚੇਤਨ ਦੇ ਥੋੜ੍ਹੀ ਜਿਹੀ ਮਿਹਨਤ ਕੀਤੀ ਜਾਵੇ। ਤਾਂ ਸੂਰ ਵਹੀ ਸੰਸਾਰ ਮੈਂ ਮਾਨਤ ਸੱਜਣ ਸੋਏ। ਅਸੀਂ ਤੇ ਉਹਨੂੰ ਸੂਰਮਾ ਮੰਨਦੇ ਹਾਂ ਜਿਹਨੂੰ ਸੁਪਨੇ ਵਿੱਚ ਵੀ ਮਾੜੀ ਚੀਜ਼ ਨਹੀਂ ਦਿਖਦੀ, ਜਿੱਥੇ ਮਨ ਤਾਕਤ ਫੜ ਜਾਂਦਾ, ਆਜ਼ਾਦ ਹੋ ਜਾਂਦਾ। ਹੁਣ ਜਾਗਦਿਆਂ ਤੇ ਆਪਾਂ ਅਧੀਨ ਰੱਖਦੇ ਨਾ ਵੀ ਬੰਦੇ ਬਹਿੰਦੇ ਆ, ਸ਼ਰਮ ਨਹੀਂ ਆਉਂਦੀ, ਇਹੋ ਜਿਹੀਆਂ ਗੱਲਾਂ ਬੜੀਆਂ ਹਨ। ਤਾਂ ਐਸੇ ਮਹਾਂਪੁਰਖ ਕੌਣ ਹੋਏ ਨੇ ਸਾਧ ਸੰਗਤ ਜੀ? ਦਮਦਮੀ ਟਕਸਾਲ ਦੇ 12ਵੇਂ ਮੁਖੀ ਸੱਚਖੰਡ ਵਾਸੀ ਬ੍ਰਹਮ ਗਿਆਨੀ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ। ਉਹ ਐਸੇ ਮਹਾਂਪੁਰਖ ਹੋਏ ਹਨ। ਉਹ ਜਦੋਂ ਰਾਤ ਨੂੰ ਸੁੱਤੇ ਪਏ ਹੁੰਦੇ ਸਨ ਤਾਂ ਉਹ ਬਾਣੀ ਪੜ੍ਹਦੇ ਹੁੰਦੇ ਸੀ, ਬਰੜਾ ਬਰੜਾ ਕੇ। ਉਹ ਬਰੜਾ ਕੇ ਬਾਣੀ ਪੜ੍ਹਦੇ ਸੀ। ਆਪਾਂ ਜਿੱਥੇ ਚਿੱਤ ਜੁੜਿਆ ਹੋਵੇ ਰਾਤ ਨੂੰ ਉਹ ਚੀਜ਼ ਬੋਲਦੇ ਆ ਨਾ। ਉਹਨਾਂ ਦੀ ਐਸੀ ਅਵਸਥਾ ਸੀ, ਉਹਨਾਂ ਦੇ ਜੀਵਨ ਦੇ ਵਿੱਚ ਲਿਖਿਆ, ਜਿਹੜੇ ਉਹਨਾਂ ਦੇ ਨਾਲ ਰਹੇ ਹਨ ਗੁਰੂ ਕੇ ਪਿਆਰੇ, ਉਹ ਦੱਸਦੇ ਹਨ। ਤਾਂ ਮਹਾਰਾਜ ਜੀ ਨੇ ਵੀ ਬਾਣੀ ਵਿੱਚ ਲਿਖਿਆ, ਸੁਪਨੇ ਹੂੰ ਬਰੜਾਏ ਕੈ ਜਿਹ ਮੁਖ ਨਿਕਸੈ ਰਾਮ। ਸ਼ਾਇਦ ਕਬੀਰ ਸਾਹਿਬ ਜੀ ਕਹਿੰਦੇ ਹਨ ਵੀ ਸੁੱਤੇ ਪਏ ਦਿਆਂ ਕਬੀਰ ਸੁਪਨੇ ਹੂੰ ਬਰੜਾਏ ਕੈ ਜਿਹ ਮੁਖ ਨਿਕਸੈ ਰਾਮ, ਤਾਕੇ ਪੱਗ ਕੀ ਪਾਨ ਹੀ ਮੇਰੇ ਤਨ ਕੋ ਚਾਮ। ਕਬੀਰ ਸਾਹਿਬ ਕਹਿੰਦੇ ਇੱਦਾਂ ਦਾ ਸੰਤ ਵਿਖਾ ਜਿਹੜਾ ਸੁੱਤਾ ਪਿਆ ਸੁਪਨੇ ਵਿੱਚ ਵੀ ਨਾਮ ਜਪੇ, ਬਰੜਾ ਬਰੜਾ ਕੇ ਉਹਦੇ ਮੂੰਹ ਦੇ ਵਿੱਚੋਂ ਨਾਮ ਨਿਕਲੇ। ਤੇ ਕਹਿੰਦੇ ਜੇ ਦੱਸ ਦਈਏ ਤੇ ਕੀ ਸੇਵਾ ਕਰੋਗੇ? ਤਾਂ ਕਹਿੰਦੇ ਆਪਣੇ ਸਰੀਰ ਦਾ ਚੰਮ ਲਾਹ ਕੇ ਉਹਦੇ ਪੈਰਾਂ ਦੀ ਜੁੱਤੀ ਬਣਾ ਕੇ ਉਹਦੇ ਚਰਨਾਂ 'ਚ ਪਾ ਦੂੰਗਾ, ਇੰਨਾ ਸਤਿਕਾਰ ਕਰੂੰਗਾ ਉਸ ਮਹਾਤਮਾ ਦਾ। ਜਾਂ ਐਸੇ ਮਹਾਂਪੁਰਖ ਹੋਏ ਨੇ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ। ਉਹ ਸੁੱਤੇ ਪਏ ਕਥਾ ਕਰਦੇ ਹੁੰਦੇ ਸੀ ਸ਼ਬਦ ਦੀ, ਜਿਵੇਂ ਉਹ ਜਾਗਦੇ ਕਥਾ ਕਰਦੇ ਹੁੰਦੇ ਸੀ, ਜਦੋਂ ਘੜੀ ਸੌਂਦੇ ਸੀ ਉਦੋਂ ਕਥਾ ਕਰਨ ਲੱਗ ਪੈਂਦੇ ਸੀ ਬਰੜਾ ਕੇ। ਐਸੀ ਉਹਨਾਂ ਦੀ ਅਵਸਥਾ ਸੀ, ਇੰਨਾ ਮਨ ਜੋੜ ਕੇ ਉਹ ਕਥਾ ਕਰਦੇ ਸਨ। ਇੱਦਾਂ ਸਾਧ ਸੰਗਤ ਜੀ ਸਾਰੇ ਮਹਾਂਪੁਰਖ ਜਿਹੜੇ ਨਾਮ ਜਪਣ ਵਾਲੇ ਹੋਏ ਹਨ, ਉਹਨਾਂ ਨੂੰ ਸੁਪਨੇ ਵਿੱਚ ਵੀ ਐਸੀ ਚੀਜ਼ ਕਦੀ ਉਹਨਾਂ ਨੂੰ ਆਉਂਦੀ ਨਹੀਂ ਹੈ, ਫੁਰਦੀ ਨਹੀਂ ਹੈ। ਤਾਂ ਬੰਬੇ ਦੀ ਗੱਲ ਹੈ, 20ਵੀਂ ਸਦੀ ਦੇ ਮਹਾਨ ਜਰਨੈਲ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਸੇਵਕਾਂ ਨੂੰ ਆਖਿਆ ਹੁੰਦਾ ਸੀ ਕਿ ਤੁਸੀਂ ਮੈਨੂੰ ਇੰਨੇ ਵਜੇ ਆਵਾਜ਼ ਮਾਰ ਕੇ ਫਤਿਹ ਬੁਲਾਉਣੀ ਆ। ਮੰਨ ਲਓ 3 ਵਜੇ, ਤੇ ਪੈਂਦਿਆਂ ਪੈਂਦਿਆਂ ਕਈ ਵਾਰੀ 12 ਵੀ ਵੱਜ ਜਾਂਦੇ ਸੀ, 1 ਵੀ ਵੱਜ ਜਾਂਦਾ ਸੀ। ਤਾਂ ਜਦੋਂ ਪਹਿਰੇ ਤੇ ਹੁੰਦੇ ਸੀ ਆਪਣੇ ਬਾਬਾ ਗੁਰਬਚਨ ਸਿੰਘ ਜੀ ਮਾਣੂ ਚਾਲ,
ਤਾਂ ਜਦੋਂ ਉਹਨਾਂ ਨੇ ਦਰਵਾਜ਼ਾ ਖੜਕਾ ਕੇ ਫਤਿਹ ਬੁਲਾਉਣੀ ਨਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਸੰਤ ਅੱਗੇ ਪਹਿਲਾਂ ਇਸ਼ਨਾਨ ਕਰਕੇ ਚੌਂਕੜੇ ਬੈਠੇ ਹੁੰਦੇ ਸੀ, ਪਹਿਲਾਂ ਫਤਿਹ ਬੁਲਾ ਦੇਣੀ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਇਹ ਐਸੇ ਮਹਾਤਮਾ ਜਿਨ੍ਹਾਂ ਤੇ ਨੀਂਦ ਦਾ ਅਸਰ ਨਹੀਂ ਪੈਂਦਾ ਹੈ, ਵਕਾਰ ਦਾ ਅਸਰ ਨਹੀਂ ਪੈਂਦਾ ਹੈ, ਤਾਂ ਇਹ ਸਾਧ ਸੰਗਤ ਜੀ ਸਮਾਨ ਗਿਆਨ ਵਰਗਾ ਸੁੱਖ ਨਹੀਂ ਹੈ। ਆ ਠੀਕ ਆ, ਕਹਿੰਦੇ ਆ ਪੈਸਾ ਬੜਾ ਹੈ, ਬੜਾ ਸੁੱਖ ਹੈ, ਕਾਹਦਾ ਸੁੱਖ ਹੈ? ਮਹਾਰਾਜ ਕਹਿੰਦੇ ਹਨ ਇਹ ਸਾਰੀ ਦੁਨੀਆ ਦਾ ਪੈਸਾ ਹੋਵੇ ਬਾਅਦ ਵੀ ਰੋਂਦੇ ਫਿਰਦੇ ਹਨ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋੜੀ ਬੰਧਨ ਪਰੇ, ਹਰ ਕਾ ਨਾਮ ਜਪਤ ਨਿਸਤਰ। ਅਨਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ। ਇਸ ਕਰਕੇ ਸਮਾਨ ਚੇਤਨ ਵਿੱਚ ਚਿੱਤ ਟਿਕਾਉਣ ਦਾ ਹੀ ਸੁੱਖ ਆ। ਵਿਸ਼ੇਸ਼ ਚੇਤਨ ਤੇ ਪਵਾੜੇ ਦੀ ਜੜ੍ਹ ਆ ਸਭ ਤੋਂ ਵੱਡੀ। ਮੈਨੇ ਸਮਾਨ ਚੇਤਨ ਮੈਨੇ ਜਦੋਂ ਤੁਸੀਂ ਮਨ ਤੋਂ ਪਾਸੇ ਹੁੰਦੇ ਆ, ਵਿਸ਼ੇਸ਼ ਚੇਤਨ ਮੈਨੇ ਜਦੋਂ ਤੁਸੀਂ ਮਨ ਨੂੰ ਨਾਲ ਲੈ ਕੇ ਕੰਮ ਕਰਦੇ। ਸਮਾਨ ਚੇਤਨ ਮੈਨੇ ਜਦੋਂ ਤੁਸੀਂ ਮਨ ਤੋਂ ਪਾਸੇ ਹੋ ਜਾਂਦੇ ਆ, ਮਨ ਨੂੰ ਵੇਖਣ ਵਾਲੇ ਬਣ ਜਾਂਦੇ ਵੀ ਮਨ 'ਚ ਆਹ ਖਿਆਲ ਆਉਂਦਾ, ਆਹ ਖਿਆਲ ਆਉਂਦਾ ਹੈ, ਤਾਂ ਜਿਹੜੇ ਸਮਾਨ ਚੇਤਨ ਵਿੱਚ ਰਹਿੰਦੇ ਉਹਦੇ ਵਰਗਾ ਸੁੱਖ ਨਹੀਂ ਸੰਸਾਰ ਦੇ ਵਿੱਚ। ਪਹੁੰਚੇ ਮਨ ਬਾਣੀ ਨਹਤ ਦੋਈ, ਪਰ ਉੱਥੇ ਨਾ ਮਨ ਪਹੁੰਚਦਾ ਹੈ, ਨਾ ਜ਼ਬਾਨ ਪਹੁੰਚਦੀ ਹੈ। ਉਹ ਐਸੀ ਅਵਸਥਾ ਹੈ ਜਾਣਨੀ ਬੁੱਧ ਕਰਤਾ ਜੋ, ਉਹਨੂੰ ਬੁੱਧੀ ਦੇ ਤਲ ਦੇ ਨਾਲ, ਬੁੱਧੀ ਦੇ ਕਰਕੇ ਜਾਣਿਆ ਜਾਂਦਾ ਹੈ। ਜਿਵੇਂ ਬੁੱਧੀ ਦੇ ਨਾਲ ਆਪਣੇ ਆਪ ਨੂੰ ਸਮਝਾ ਲਈਦਾ ਹੈ ਵੀ ਗਲਤੀ ਕਰੇਗਾ, ਮੂੰਹ ਕਾਲਾ ਹੋਊਗਾ, ਕੁੱਟ ਪਊਗੀ, ਬਦਨਾਮੀ ਹੋਊਗੀ, ਇਦਾਂ ਬੁੱਧੀ ਜਿਹੜੀ ਆ ਇਹ ਮਨ ਦਾ ਮੂੰਹ ਭੰਨ ਦਿੰਦੀ, ਹੋਰ ਨਹੀਂ ਕੋਈ ਸਮਝਾ ਸਕਦਾ ਇਹਨੂੰ। ਪਦਮ ਪੱਤਰ ਸਮਲਿਪ ਹੈ ਨਾ ਸੋ, ਉਹਨਾਂ ਦੀ ਅਵਸਥਾ ਐਸੀ ਹੁੰਦੀ ਜਿਵੇਂ ਕਮਲ ਦਾ ਪੱਤਾ ਪਾਣੀ ਦੇ ਵਿੱਚ ਰਹਿੰਦਿਆਂ ਵੀ ਸਾਧ ਸੰਗਤ ਜੀ ਲਪਾਏਮਾਨ ਨਹੀਂ ਹੁੰਦਾ। ਸ਼ਸਤਰਨ ਸੋ ਨਾ ਬਿਨਾਸਿਓ ਜਾਏ, ਉਹ ਜਿਹੜੀ ਬ੍ਰਹਮ ਦੀ ਅਵਸਥਾ, ਆਤਮਾ ਦੀ ਅਵਸਥਾ ਹੈ, ਉਹ ਆਤਮਾ ਸ਼ਸਤਰਾਂ ਦੇ ਨਾਲ ਮਰਦੀ ਨਹੀਂ ਹੈ। ਨਾ ਜਰਹ ਨਾ ਪੌਣ ਉਡਾਏ, ਅੱਗ ਉਹਨੂੰ ਸਾੜ ਨਹੀਂ ਸਕਦੀ, ਹਵਾ ਉਹਨੂੰ ਉਡਾ ਨਹੀਂ ਸਕਦੀ, ਜਲ ਡੂਬਹਿ ਨਭ ਨਾ ਬਿਲਾਏ, ਪਾਣੀ ਉਹਨੂੰ ਸਾਧ ਸੰਗਤ ਜੀ ਡੋਬ ਨਹੀਂ ਸਕਦਾ, ਤੇ ਅਸਮਾਨ ਉਹਨੂੰ ਆਪਣੇ ਵਿੱਚ ਲੀਨ ਨਹੀਂ ਕਰ ਸਕਦਾ। ਜਿਸਕੋ ਕਾਲ ਸਕਹਿ ਨਹਿ ਖਾਏ, ਮੌਤ ਉਹਨੂੰ ਖਾ ਨਹੀਂ ਸਕਦੀ। ਉਹ ਆਤਮ ਅਵਸਥਾ ਹੈ, ਆਤਮਾ ਹੈ ਸਾਡੀ, ਤਾਂ ਉਹਦੇ ਵਿੱਚ ਚਿੱਤ ਜੋੜ ਕੇ ਰੱਖਣਾ ਚਾਹੀਦਾ ਹੈ। ਰੱਜੂ ਇਹ ਕੀ ਆਧਾਰ, ਜਿਵੇਂ ਰੱਸੀ ਜਿਹੜੀ ਹੁੰਦੀ ਹੈ ਉਹ ਸੱਪ ਦਾ ਆਸਰਾ ਹੈ, ਰੱਸੀ ਹੋਊ ਤੇ ਸੱਪ ਦਾ ਭੁਲੇਖਾ ਪਵੇਗਾ। ਤਿਨ ਪਰਪੰਚ ਇਹੋ ਤਿਸੈ ਮਝਾਰ, ਇਸੇ ਤਰ੍ਹਾਂ ਸਾਧ ਸੰਗਤ ਜੀ ਬ੍ਰਹਮ ਆਤਮਾ ਜਿਹੜੀ ਹੈ ਉਹ ਸੰਸਾਰ ਦਾ ਭੁਲੇਖਾ ਪਾਉਂਦੀ ਹੈ ਤਾਂ ਹਰੇਕ ਜਗ੍ਹਾ ਬ੍ਰਹਮ ਹੀ ਆਤਮਾ ਹੀ, ਪਰ ਸੰਸਾਰ ਬਣ ਦਿਖਦਾ ਹੈ। ਜਿਵੇਂ ਰੱਸੀ ਸੀ ਭੁਲੇਖੇ ਕਰਕੇ ਸੱਪ ਬਣ ਦਿਖਦਾ ਹੈ, ਤੇ ਸੱਪ ਦਾ ਫਿਰ ਡਰ ਵੀ ਹੈ, ਡੰਗ ਮਾਰੂਗਾ, ਮਰ ਜਾਵਾਂਗੇ। ਇੱਧਰ ਕੀ ਆ? ਇੱਧਰ ਸਾਰੀ ਦੁਨੀਆ ਹੈ ਤਾਂ ਰੱਬ, ਆਤਮਾ, ਬ੍ਰਹਮ, ਅਰ ਸੰਸਾਰ ਬਣ ਕੇ ਦੇਖਦਾ, ਕੋਈ ਸੱਜਣ ਬਣ ਕੇ ਦੇਖਦਾ, ਕੋਈ ਮਿੱਤਰ ਬਣ ਕੇ, ਕੋਈ ਦੁਸ਼ਮਣ ਬਣ ਕੇ ਲੈ ਨਾ ਜਾਵੇ, ਖੋਹ ਨਾ ਲਵੇ, ਨੁਕਸਾਨ ਨਾ ਕਰਦੇ। ਇਦਾਂ ਸਾਰਾ ਸੰਸਾਰ ਭਰਮ ਦੇ ਵਿੱਚ ਫਸ ਚੁੱਕਾ ਹੈ। ਸੂਰਜ ਆਦ ਜੋਤ ਕੀ ਜੋਤ, ਉਹ ਜਿਹੜਾ ਬ੍ਰਹਮ ਹੈ, ਆਤਮਾ ਹੈ, ਉਹ ਤੇ ਸੂਰਜ ਨੂੰ ਵੀ ਜੋਤ ਦੇਣ ਵਾਲੇ ਹਨ, ਉਹਨਾਂ ਦੀ ਵੀ ਜੋਤ ਹੈ। ਜਿਸ ਅਲੰਬ ਕਰ ਸਕਲ ਉਦੋਤ, ਜਿੰਨੀਆਂ ਜੋਤੀਆਂ ਹਨ ਉਹਨਾਂ ਨੂੰ ਵੀ ਪ੍ਰਕਾਸ਼ ਦੇਣ ਵਾਲਾ ਹੈ, ਜਿਹਦੇ ਆਸਰੇ ਕਰਕੇ ਸਾਧ ਸੰਗਤ ਜੀ ਇਹ ਪ੍ਰਕਾਸ਼ ਦੇ ਹਨ। ਸੂਖਮ ਤੇ ਸੂਖਮ ਨਿਤ ਰਹਿ, ਇਹ ਜਿਹੜੀ ਆਤਮਾ ਬੜੀ ਸੂਖਮ ਹੈ, ਇਹ ਸਥੂਲ ਮਨ, ਮੋਟੇ ਮਨ ਦੇ ਨਾਲ ਪਕੜੀ ਨਹੀਂ ਜਾਂਦੀ ਹੈ। ਵਾਲ ਦਾ 100ਵਾਂ ਹਿੱਸਾ ਵੀ ਇਹਦੇ ਬਰਾਬਰ ਨਹੀਂ, ਇੰਨਾ ਬਰੀਕ ਹੈ। ਇਹਨਾਂ ਤੇ ਚਲੋ ਮਨ ਹੀ ਆ ਬਰੀਕ, ਤੇ ਆਤਮਾ ਕਿੰਨੀ ਬਰੀਕ ਹੋਵੇਗੀ। ਇੰਦਰਾ ਜੋਤ ਮਨ ਜਿਮ ਨਹਿ ਲਹੈ, ਇਹ ਬਾਹਰਲੀਆਂ ਅੱਖਾਂ ਤੇ ਮਨ ਉਹਨੂੰ ਫੜ ਨਹੀਂ ਸਕਦੇ, ਕੈਚ ਨਹੀਂ ਕਰ ਸਕਦੇ। ਅੱਖਾਂ ਦੇਖਦੀਆਂ ਪਰ ਬਾਹਰਲਾ ਸੰਸਾਰ ਆਤਮਾ ਨਹੀਂ ਕਦੀ ਦੇਖਦੀਆਂ ਹਨ। ਸਦਾ ਮਹਤ ਤੇ ਜੋ ਮਹੀਆਨ, ਤੇ ਦੂਸਰੇ ਬੰਨੇ ਫਿਰ ਇਹ ਵੱਡਿਆਂ ਤੋਂ ਵੱਡੀ ਵੀ ਹੈ, ਭਾਵ ਹਰੇਕ ਜਗ੍ਹਾ ਤੇ ਬੈਠੀ ਹੈ। ਪਾਰ ਨ ਪਾਵਹਿ ਸ਼ਕਤੀਵਾਨ, ਜਿੱਡੇ ਮਰਜੀ ਸ਼ਕਤੀਵਾਨ ਹੋਣ,
ਇਸ ਬ੍ਰਹਮ ਦਾ ਅੰਤ ਨਹੀਂ ਕੋਈ ਪਾ ਸਕਦੇ, ਵਾਹਿਗੁਰੂ ਦਾ ਅੰਤ ਨਹੀਂ ਲੈ ਸਕਦੇ। ਪ੍ਰਗਟ ਵਿਸਾਲ ਜਾਨੀਅਤ ਐਸੇ, ਜੇ ਇਹਨੂੰ ਸੌਖਾ ਸਮਝਣਾ ਵਾ ਪ੍ਰਤੱਖ ਤੌਰ ਤੇ ਚੰਗੀ ਤਰ੍ਹਾਂ, ਤਾਂ ਫਿਰ ਇਸ ਤਰ੍ਹਾਂ ਜਾਣਨਾ ਚਾਹੀਦਾ ਜਿਸ ਹੈ, ਬਿਨ ਪੁਰਹਿ ਨਿਮੇਗ ਨ ਕੈਸੇ। ਜਿਹਦੇ ਤੋਂ ਬਿਨਾ ਆਪਾਂ ਅੱਖ ਵੀ ਨਹੀਂ ਝਮਕ ਸਕਦੇ, ਉਹ ਹੈ ਆਤਮਾ। ਜਿਹਦੇ ਤੋਂ ਬਿਨਾ ਅਸੀਂ ਹੱਥ ਵੀ ਨਹੀਂ ਹਿਲਾ ਸਕਦੇ, ਜ਼ਬਾਨ ਵੀ ਨਹੀਂ ਹਿਲ ਸਕਦੀ। ਦੁਰਿਓ ਮਹਾਨ ਨ ਜਾਣਿਓ ਜਾਏ, ਇਹ ਸਰੀਰ ਵਿੱਚ ਆਤਮਾ ਲੁਕ ਕੇ ਬੈਠੀ ਹੋਈ ਹੈ। 5 ਪਰਦੇ ਹਨ, ਬਾਹਰਲਾ ਸਰੀਰ, ਔਰ ਫਿਰ ਅੰਦਰ 3 ਸਰੀਰ, ਫਿਰ ਉੱਤੇ ਅਖੀਰਲਾ ਆਨੰਦਮੈ ਕੋਸ਼। ਤਾਂ ਇਦਾਂ 5 ਪਰਦਿਆਂ ਵਿੱਚ ਆਤਮਾ ਬੈਠੀ ਹੈ ਲੋਕੇ। ਰੂਪ ਰੰਗ ਕੁਛ ਹਵੈ ਨਾ ਲਖਾਏ, ਫਿਰ ਇਸ ਆਤਮਾ ਦਾ ਨਾ ਕੋਈ ਰੂਪ ਹੈ, ਕਾਲਾ ਚਿੱਟਾ ਰੰਗ, ਵੱਡੀ ਹੈ ਛੋਟੀ ਹੈ, ਜਿਹਨੂੰ ਆਕਾਰ ਕਹਿ ਦਿੰਦੇ, ਮੋਟਾ ਹੈ ਪਤਲਾ ਹੈ, ਇਦਾਂ ਦਾ ਕੁਝ ਵੀ ਨਹੀਂ। ਇਹ ਸਮਝਾਉਣ ਲਈ ਕਹਿ ਦਿੱਤਾ ਜਾਂਦਾ ਵੀ ਜੋਤ ਹੈ ਇੱਕ। ਅਚਰਜ ਰੂਪ ਜੋ ਐਸੋ ਹੈ, ਐਸਾ ਆਤਮਾ ਦਾ ਅਚਰਜ ਰੂਪ ਹੈ, ਜਿਹਨੂੰ ਬ੍ਰਹਮ ਕਰਕੇ ਵੀ ਕਥਨ ਕਰਦੇ, ਆਤਮਾ ਕਰਕੇ ਵੀ ਕਥਨ ਕਰਦੇ ਹਨ। ਇਸ ਕੋ ਨਾਮ ਵਾਹੇ ਕਰ ਕਹੈ, ਉਹਨੂੰ ਕਹਿੰਦੇ ਹਨ ਵਾਹੇ। ਉਹਦਾ ਨਾਂ ਕੀ ਹੈ ਐਸੇ ਅਚਰਜ ਦਾ? ਉਹ ਹੈ ਵਾਹੇ। ਗੋ ਤੁਮ ਜੜ ਅਗਿਆਨ ਅਨਿਤ, ਤੇ ਗੋ ਕਹਿੰਦੇ ਨੇ ਤਮ ਨੂੰ, ਹਨੇਰੇ ਨੂੰ, ਜੜਤਾ ਨੂੰ, ਅਗਿਆਨ ਨੂੰ, ਜਿਹੜਾ ਝੂਠਾ ਸੰਸਾਰ ਕਰ ਹੈ। ਪ੍ਰਕਾਸ਼ ਚੇਤਨ ਰੂ ਨਿਤ, ਤੇ ਪ੍ਰਕਾਸ਼ ਕਹਿੰਦੇ ਨੇ ਰੂਹ ਨੂੰ, ਜਿਹੜਾ ਚੇਤਨ ਹੈ, ਗਿਆਨ ਸਰੂਪ ਹੈ, ਹਮੇਸ਼ਾ ਰਹਿਣ ਵਾਲਾ ਹੈ। ਤਾਂ ਇਹ ਸਾਰਾ ਬਣ ਜਾਂਦਾ ਜੁੜ ਕੇ। ਐਸੋ ਨਾਮ ਵਾਹਿਗੁਰੂ ਜੋਈ, ਇਹਨੂੰ ਕਹਿੰਦੇ ਹਨ ਵਾਹਿਗੁਰੂ, ਜਿਹਨੂੰ ਜ਼ੁਬਾਨ ਦੇ ਨਾਲ ਜਪਣਾ ਚਾਹੀਦਾ ਹੈ, ਜਿਹਦਾ ਅਭਿਆਸ ਕਰਨਾ ਚਾਹੀਦਾ ਹੈ ਵੱਧ ਤੋਂ ਵੱਧ। ਸਾਧ ਸੰਗਤ ਜੀ, ਹੁਣ ਗੱਲ ਤਾਂ ਅਭਿਆਸ ਦੇ ਉੱਤੇ ਹੀ ਜਾ ਕੇ ਨਿਬੜਨੀ ਹੈ ਨਾ। ਮਹਾਰਾਜ ਕਹਿੰਦੇ ਬਾਰ 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 ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤਨ ਧਰਪੀਐ। ਵਾਰੀ 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 ਜਪਦਾ ਜਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ। ਕਿਉਂ? ਅਭਿਆਸ ਕਰਨ ਕਰਕੇ ਸਾਧ ਸੰਗਤ ਜੀ ਇਹ ਸਾਰੀ ਜਿਹੜੀ ਕਿਰਪਾ ਹੈ ਉਹ ਪ੍ਰਾਪਤ ਹੁੰਦੀ ਹੈ। ਬਿਨਾਂ ਅਭਿਆਸ ਤੋਂ ਨਹੀਂ ਇਹ ਕੁਝ ਬਣਦਾ ਹੈ। ਜਿਵੇਂ ਆਪਾਂ ਕੱਲ ਗੱਲ ਕਰਦੇ ਪਏ ਸੀ ਵੀ ਸੁਣਿਆ ਵੀ ਨਹੀਂ ਨਾ ਬਣਦਾ ਹੈ, ਜਿੰਨਾ ਚਿਰ ਮੰਨੀਏ ਨਾ, ਕਰੀਏ ਨਾ। ਤਾਂ ਇਹਦਾ ਅਭਿਆਸ ਬੜਾ ਜ਼ਰੂਰੀ ਹੈ। ਤਾਂ ਜਿਵੇਂ ਸਾਰ ਕਿਤਾਵਲੀ ਦੇ ਵਿੱਚ ਇੱਕ ਗਾਥਾ ਲਿਖੀ ਹੈ, ਕਹਿੰਦੇ ਕੌਤਕ ਨਿਮਿਤ ਕਹੂੰ ਜਨ ਜਿਨ ਮੋਲ ਲੀਨੋ, ਗੁਣਾ ਗੁਣ ਚੀਨੋ ਖੇਦ ਮੋਦ ਭਇਓ ਜੀਨੋ ਹੈ। ਕਹੇ ਕਾਮ ਔਖੇ ਝਟ ਕਰ ਹਟ ਦੇਤ ਪੋਖੇ, ਭਇਓ ਧੋਖੋ ਭਾਰੀ ਮਨ ਸੁਦਾ ਮੰਤਰ ਲੀਨੋ ਹੈ। ਤਾਂ ਕਹਿੰਦੇ ਕਿਸੇ ਪੁਰਸ਼ ਨੇ ਇੱਕ ਭੂਤਨਾ ਵਸ ਕੀਤਾ ਹੋਇਆ ਸੀ, ਭੂਤ ਵਸ ਦੇ ਵਿੱਚ ਕਰ ਲਿਆ ਸੀ। ਤਾਂ ਭੂਤਨਾ ਵਸ ਵਿੱਚ ਕੀਤਾ ਸੀ। ਵੱਡੇ ਮਹਾਂਪੁਰਖਾਂ ਵੇਲੇ ਵੀ, ਸਿੰਘ ਵੇਲੇ ਜਦੋਂ ਮਹਾਂਪੁਰਖ ਮਹਿਤੇ ਦੇ ਲਾਗੇ ਕਥਾ ਕਰਦੇ ਸੀ, ਤਾਂ 2 ਸਿੰਘਾਂ ਦੇ ਮਨ ਦੇ ਵਿੱਚ ਆਇਆ ਵੀ ਕੋਈ ਸਿੱਧੀ ਕਰੀਏ, ਪੂਜਾ ਹੋਊਗੀ, ਅਰਦਾਸਾਂ ਕਰਾਂਗੇ, ਪੂਰੀਆਂ ਹੋਣਗੇ। ਲੋਕਾਂ ਨੂੰ ਵੀ ਤੇਰੀ ਜੇਬ 'ਚ ਕਿੰਨੇ ਪੈਸੇ ਆ, ਜਿੰਨੇ ਘਰੋਂ ਪਾ ਕੇ ਆਵੇਂਗਾ ਉਨੇ ਬਿਨਾਂ ਵੇਖੇ ਬਿਨਾਂ ਗਿਣੇ ਦੱਸ ਦਿਆ ਕਰਾਂਗੇ, ਫਿਰ ਉਹ ਚੇਲੇ ਬਣ ਜਾਣਗੇ। ਤਾਂ ਇਦਾਂ ਆਪਣਾ ਕੰਮ ਚਲਾਵਾਂਗੇ। ਤਾਂ ਮਹਾਂਪੁਰਖ ਵੱਡੇ ਦੱਸਦੇ ਵੀ ਉਹ ਚੋਰੀ ਕਰਨ ਲੱਗ ਪਏ, ਇੱਕ ਜਕਸ਼ਣੀ ਦੀ ਸਿੱਧੀ ਕਰਨ ਲੱਗ ਪਏ। ਤੇ ਉਹ ਜਦੋਂ ਕਰਨ ਲੱਗ ਪਏ, ਖੂਹ ਦੀ ਮਣ ਤੇ ਬੈਠੇ ਦੋਵੇਂ ਕਰਦੇ ਸੀ। ਤੇ ਜਦੋਂ ਕਰਦਿਆਂ ਕਰਦਿਆਂ ਵਾਹਵਾ ਚਿਰ ਹੋ ਗਿਆ, ਅਖੀਰ ਤੇ ਚਲੇ ਗਏ। ਤੇ ਇੱਕ ਬਾਈ ਹੱਥ ਵਿੱਚ ਅੱਗ ਫੜੀ, ਬੜੀ ਭਿਆਨਕ ਰੂਪ ਉਹਦਾ। ਉਹ ਉਹਨਾਂ ਵੱਲ ਨੂੰ ਵਧੀ ਤੇ ਦੋਵੇਂ ਹੀ ਵੇਖ ਕੇ ਡਰ ਗਏ। ਇੱਕ ਤੇ ਜਦੋਂ ਖੂਹ ਦਾ ਪਾਣੀ ਤਾਂ ਨੂੰ ਉਛਲਿਆ, ਹਵਾ 'ਚ ਆਇਆ, ਤੇ ਉਹ ਖੂਹ ਵਾਲਾ ਵੀ ਡਰ ਗਿਆ। ਇੱਕ ਤੇ ਉੱਥੇ ਹੀ ਬੇਹੋਸ਼ ਹੋ ਕੇ ਡਿੱਗ ਪਿਆ, ਤੇ ਦੂਜਾ ਭੱਜ ਕੇ ਡੇਰੇ ਆਣ ਕੇ ਵੜ ਗਿਆ। ਆਣ ਕੇ ਜਦੋਂ ਗੁਰੂ ਘਰ 'ਚ ਆਏ, ਤੇ ਗੁਰੂ ਘਰ 'ਚ ਨਹੀਂ ਨਾ ਫਿਰ ਜ਼ੋਰ ਪੈਂਦਾ ਇਹੋ ਜਿਹੀਆਂ ਚੀਜ਼ਾਂ ਦਾ। ਬਾਣੀ ਪੜ੍ਹੀ ਜਾਂਦੀ ਹੈ, ਜਿੱਥੇ ਸਿਮਰਨ ਕੀਤਾ ਜਾਂਦਾ ਹੈ, ਤਾਂ ਉੱਥੇ ਮਹਾਂਪੁਰਖਾਂ ਕਰਕੇ ਬਚਾਅ ਹੋ ਗਿਆ। ਸੰਤ ਹੱਸ ਕੇ ਕਹਿੰਦੇ ਕਰ ਲੈਣੀ ਸੀ ਸਿੱਧ ਫਿਰ। ਤਾਂ ਇਦਾਂ ਕਹਿੰਦੇ ਕਿਸੇ ਨੇ ਭੂਤਨਾ ਵਸ ਦੇ ਵਿੱਚ ਕੀਤਾ ਹੋਇਆ ਸੀ। ਰਾਤ ਨੂੰ 12:30 ਕਪੂਰ ਸਾੜ ਸਾੜ ਕੇ ਤੰਤਰ ਮੰਤਰ ਦੀ ਸਾਧਨਾ ਕਰਦੇ ਨੇ ਲੋਕ। ਤਾਂ ਕਿਸੇ ਨੇ ਭੂਤਨਾ ਵਸ ਕੀਤਾ ਹੋਇਆ ਸੀ। ਉਹ ਪੁਰਸ਼ ਭੂਤਨਾ ਲੈ ਕੇ ਬਾਜ਼ਾਰ 'ਚ ਵੇਚਣ ਆ ਗਿਆ।
500 ਰੁਪਈਆ ਉਹਨੇ ਮੁੱਲ ਰੱਖਿਆ। ਪੁਰਾਣੇ ਸਮੇਂ ਦੀ ਗੱਲ ਆ, ਉਦੋਂ ਤੇ 5 ਰੁਪਈਏ ਬੜੇ ਸਨ। ਇੱਕ ਵੱਡਾ ਸ਼ਾਹੂਕਾਰ ਬੜਾ ਧਨੀ ਸੀ, ਚਾਰੇ ਪਾਸੇ ਉਹਦਾ ਕਾਰੋਬਾਰ ਖਿਲਰਿਆ ਪਿਆ ਸੀ, ਜਾਨ ਉਹਦੀ ਤੰਗ ਸੀ, ਕਦੀ ਧਿਆਨ ਨਹੀਂ ਸੀ ਦੇ ਪਾਉਂਦਾ, ਇੰਨਾ ਕਾਰੋਬਾਰ ਸੀ ਉਹਦਾ। ਤਾਂ ਸਾਰੇ ਦੇਸ਼ਾਂ ਵਿੱਚ ਉਹਦੇ ਨੌਕਰ ਬੈਠੇ ਸਨ, ਕੰਮ ਚਲਾਉਂਦੇ ਸੀ। ਨੌਕਰ ਵੀ ਹਜ਼ਾਰਾਂ ਸਨ, ਪਰ ਫਿਰ ਵੀ ਕੰਮ ਪੂਰੇ ਤਰ੍ਹਾਂ ਚੱਲਦਾ ਥੋੜ੍ਹੀ ਸੀ। ਤਾਂ ਇਸ ਕਰਕੇ ਉਹ ਜਦੋਂ ਵੇਚਦਾ ਨਜ਼ਦੀਕ ਚਲੇ ਗਿਆ ਤੇ ਸੁਣ ਕੇ ਇਹਨੇ ਸ਼ਾਹੂਕਾਰ ਨੇ ਪੁੱਛਿਆ ਕਿ ਕੀ ਮੁੱਲ ਆ ਇਹਦਾ ਤੇ ਗੁਣ ਅਵਗੁਣ ਇਹਦੇ ਵਿੱਚ ਕੀ ਹਨ। ਉਹਨੇ ਆਖਿਆ ਵੀ ਮੁੱਲ ਆਪਾਂ ਲੈਣਾ 500 ਰੁਪਈਆ, ਉੱਕਾ ਪੁੱਕਾ, ਨਾ ਘੱਟ ਨਾ ਵੱਧ, 500 ਰੁਪਈਆ। ਤੇ ਗੁਣ ਇਹਦਾ ਇਹ ਆ, ਜਿਹੜਾ ਵੀ ਕੰਮ ਕਵੇਂਗਾ ਉਹ ਕਰ ਦੂਗਾ, ਇਹ ਤਾਂ ਗੁਣ ਹੈ। ਤੇ ਕਹਿੰਦਾ ਉਗਣ ਕੀ ਆ? ਕਹਿੰਦਾ ਜਦੋਂ ਕੰਮ ਨਾ ਦੱਸਿਆ ਉਦੋਂ ਹੀ ਤੇਰੀ ਧੌਣ ਮਰੋੜ ਕੇ ਇਹਨੇ ਭੰਨ ਦੇਣੀ ਉਸੇ ਵੇਲੇ, ਇਹਦਾ ਉਗਣ ਵੀ ਆ ਨਾਲ, ਇਹਦੇ 'ਚ ਭਾਰੀ ਉਗਣ ਹੈ। ਇੱਦਾਂ ਸੁਣ ਕੇ ਧਨੀ ਨੇ ਚਿੱਤ ਵਿੱਚ ਸੋਚਿਆ ਵੀ ਆਪਣੇ ਹਜ਼ਾਰਾਂ ਨੌਕਰ ਆ, ਉਹਨਾਂ ਤੋਂ ਕੰਮ ਨਹੀਂ ਹੁੰਦਾ ਤੇ ਇਕੱਲਾ ਭੂਤਣਾ ਕਿੱਥੋਂ ਕਰ ਲੂ? ਹੈ ਤੇ ਬੰਦੇ ਦੀ ਰੂਹ ਹੀ ਆ, ਵੀ ਜਿਹੜਾ ਕੰਮ ਹਜ਼ਾਰਾਂ ਬੰਦੇ ਨਹੀਂ ਕਰ ਸਕਦੇ ਤੇ ਇਹ ਕਿੱਥੋਂ ਕਰ ਲੂਗਾ। ਤਾਂ 500 ਰੁਪਈਆ ਸਾਧ ਸੰਗਤ ਜੀ ਦੇ ਕੇ ਮੁੱਲ ਲੈ ਲਿਆ ਕਿਸੇ ਸ਼ਾਹੂਕਾਰ ਨੇ। ਤਾਂ ਜਦੋਂ ਉਹਨੇ ਮੁੱਲ ਲੈ ਲਿਆ ਨਾ, ਗੁਣਾ ਗੁਣ ਚੀਨੋ ਮੋਹ, ਖੇਤ ਮੋਦ ਭਇਓ ਜੀਨੋ ਹੈ। ਜਦੋਂ ਤੇ ਉਹਨੇ ਗੁਣ ਵੇਖੇ ਤੇ ਬੜਾ ਖੁਸ਼ ਹੋਇਆ, ਮੋਦ ਹੋਇਆ, ਖੁਸ਼ੀ ਹੋਈ ਵੀ ਬੱਲੇ ਬੱਲੇ ਵੀ ਕੰਮ ਕਰੂਗਾ ਸਾਰੇ। ਤੇ ਜਦੋਂ ਔਗਣ ਚੀਨੋ, ਔਗਣ ਦੇਖਿਆ ਵੀ ਔਗਣ ਇਹਦੇ ਵਿੱਚ ਹੈ, ਤਾਂ ਫਿਰ ਬੜਾ ਦੁਖੀ ਹੋਇਆ ਵੀ ਕਿਸੇ ਦਿਨ ਮੈਨੂੰ ਹੀ ਨਾ ਮਾਰ ਸੁੱਟੇ। ਤਾਂ ਇੱਦਾਂ ਸਾਧ ਸੰਗਤ ਜੀ ਬੜਾ ਦੁੱਖ ਹੋਇਆ, ਤਾਂ ਬੜਾ ਦੁੱਖ ਹੋਇਆ। ਉਹਨੇ ਬੜੇ ਕੰਮ ਦੱਸਣੇ ਵੀ ਫਲਾਣੇ ਦੇਸ਼ 'ਚ ਚਲਿਆ ਜਾ, ਫਲਾਨੀ ਜਗ੍ਹਾ ਚਲਿਆ ਜਾ। ਉਹ ਤਾਂ ਹੁਣ ਹਵਾ ਦੇ ਸਰੀਰ ਸਨ, ਕਹਿਣ ਦੀ ਦੇਰ ਆ, ਉਹਨਾਂ ਉੱਥੇ ਪਹੁੰਚ ਜਾਣਾ ਹੈ, ਸੰਕਲਪ ਕਰਨਾ, ਇੱਛਾ ਕਰਨੀ, ਉਹਨਾਂ ਚਲੇ ਜਾਣਾ ਹੈ। ਤਾਂ ਉਹ ਸੋਚਦਾ ਵੀ ਚੱਲ ਕੋਈ ਨਹੀਂ, ਆਪਣੇ ਕਿਹੜੇ ਕੰਮ ਮੁੱਕ ਗਏ ਆ, ਇਹ ਆਪੇ ਲੱਗਾ ਰਹੂਗਾ ਰੇ। ਤਾਂ ਉਹਨੇ ਬੜੇ ਔਖੇ ਔਖੇ ਕੰਮ ਕਹੇ ਕਾਮ ਔਖੇ, ਝੱਟ ਕਰ ਹੱਟ ਦੇਤ ਭੁੱਖੇ। ਉਹ ਕੰਮ ਔਖੇ ਕਵੇ, ਉਹ ਝੱਟ ਹੀ ਕਰਕੇ ਜਾਣ ਕੇ ਜਵਾਬ ਦੇ ਸੇਠ ਜੀ ਕਰ ਦਿੱਤਾ ਹੈ, ਹੋ ਗਿਆ ਕੰਮ ਤੇਰਾ। ਉਹ ਕਹਿੰਦਾ ਬਾਅਦ 'ਚ ਸੀ, ਹਿਸਾਬ ਲਾ ਲਓ ਵੀ ਕਾਰੋ ਪਹਿਲਾਂ ਆਉਂਦਾ ਸੀ, ਇੱਦਾਂ ਉਹਦੀ ਤਾਕਤ ਸੀ। ਤਾਂ ਸ਼ਾਹੂਕਾਰ ਬੜਾ ਦੁਖੀ ਹੋ ਗਿਆ ਵੀ ਬੜੇ ਕੰਮ ਦੱਸੇ, ਅਖੀਰ ਕੰਮ ਹੀ ਮੁੱਕ ਗਏ ਵਿਚਾਰੇ ਦੇ। ਵੈਸੇ ਕੰਮ ਮੁੱਕਦੇ ਨਹੀਂ ਆਪਣੇ, ਬੰਦਾ ਮੁੱਕ ਜਾਂਦਾ ਵਾ, ਪਰ ਕੰਮ ਹੀ ਮੁੱਕ ਗਏ ਵਿਚਾਰੇ ਦੇ। ਹੁਣ ਉਹਨੂੰ ਔੜੇ ਸੁਝੇ ਨਾ, ਜਦੋਂ ਬੰਦਾ ਦੁਖੀ ਹੋ ਜੇ, ਡਰ ਜਾਵੇ, ਤੇ ਫਿਰ ਉਹਨੂੰ ਔੜਦਾ ਸੁਝਦਾ ਕੁਛ ਨਹੀਂ। ਤੇ ਉਹ ਫਿਰ ਰੋਣ ਲੱਗ ਪਿਆ ਇੱਕ ਦਿਨ ਇਕੱਲਾ ਬਹਿ ਕੇ ਵੀ ਇਹ ਤੇ ਧੋਖਾ ਹੋ ਗਿਆ ਆਪਣੇ ਨਾਲ ਬਹੁਤ ਵੱਡਾ, ਵੀ ਗਏ ਹੁਣ ਆਪਾਂ। ਉਹਨੂੰ ਰੋਟੀ ਨਾ ਲੰਘੇ ਵਿਚਾਰੇ, ਮੌਤ ਦਾ ਡਰ ਹੀ ਐਸਾ ਹੁੰਦਾ ਨਾ। ਜਿਵੇਂ ਕਿਸੇ ਨੇ ਸੰਤਾਂ ਨੂੰ ਪੁੱਛਿਆ ਸੀ ਨਾ ਕਿ ਮਹਾਰਾਜ ਮੈਂ ਤੁਹਾਨੂੰ ਬੜਾ ਖੁਸ਼ ਦੇਖਦਾ ਹਾਂ, ਤੁਹਾਡੇ ਉੱਤੇ ਕੋਈ ਅਸਰ ਨਹੀਂ, ਤੁਸੀਂ ਖਿੜੇ ਰਹਿੰਦੇ ਹੋ, ਤੇ ਮੈਨੂੰ ਇੱਦਾਂ ਜਾਪਦਾ ਵੀ ਤੁਸੀਂ ਲੁਕਾਉਣੇ ਆ ਕੋਈ ਚੀਜ਼, ਝੂਠ ਝਾੜ ਤੋਂ ਹੀ ਸਫਾਈ ਨਾ ਮਾਰਦੇ ਆ ਤੇ ਮੂੰਹ ਮਾਂ ਬਦਲ ਲੈਂਦੇ ਆ, ਨਹੀਂ ਤੇ ਦੁਖੀ ਕਿਹੜਾ ਬੰਦਾ ਨਹੀਂ ਦੁਨੀਆ ਦੇ ਵਿੱਚ, ਇੱਥੇ ਸਾਰੇ ਹੀ ਆ। ਤੇ ਸੰਤਾਂ ਨੇ ਅੱਗੋਂ ਆਖਿਆ ਸੀ ਨਾ, ਤੂੰ 5-7 ਦਿਨਾਂ ਨੂੰ ਮਰ ਜਾਣਾ। ਤੇ ਉਹ ਜਿਹੜਾ ਬੜੇ ਚਾਅ ਨਾਲ ਗੱਲਾਂ ਕਰਦਾ ਸੀ ਨਾ, ਵੱਡ ਸੁੱਟਦਾ ਸੀ, ਉਹਦੇ ਬਾਅਦ 'ਚ ਮੂੰਹ 'ਚੋਂ ਗੱਲ ਨਾ ਨਿਕਲੇ ਉੱਥੇ ਬੈਠੇ। ਤੇ ਜਦੋਂ ਉੱਠ ਕੇ ਘਰ ਨੂੰ ਤੁਰਿਆ ਤੇ ਇਦਾਂ ਤੁਰਿਆ ਜਿੱਦਾਂ ਜਾਨ ਹੀ ਨਿਕਲ ਗਈ ਹੁੰਦੀ ਆ, ਜਿਹੜਾ ਪਹਿਲਾਂ ਬੜਾ ਚੌੜਾ ਹੋ ਕੇ ਤੁਰਦਾ ਸੀ। ਤੇ ਚਲੋ ਸੰਤ ਵੀ ਆ ਗਏ, ਤੇ ਸੰਤਾਂ ਨੇ ਆਖਿਆ ਵੀ ਸੁਣਾ ਸੱਜਣਾ ਫਿਰ। ਤਾਂ ਕਹਿੰਦਾ ਬਾਬਾ ਜੀ ਕੀ ਗੱਲ ਕਰੀਏ, ਹੁਣ ਤਾਂ ਬੁਰਾ ਹਾਲ ਹੈ, ਮਰਨ ਦੀ ਤਿਆਰੀ ਆ ਬਸ। ਕਹਿੰਦੇ ਝੂਠ ਝਾੜ ਮਾਰਨ ਨੂੰ ਜੀ ਨਹੀਂ ਕਰਦਾ, ਖਾਣ ਪੀਣ ਨੂੰ ਜੀ ਨਹੀਂ ਕਰਦਾ ਹੈ। ਆਖਿਆ ਬਾਬਾ ਜੀ ਕੁਝ ਚੰਗਾ ਨਹੀਂ ਲੱਗਦਾ ਹੈ ਬਸ। ਕਹਿੰਦੇ ਇਸੇ ਤਰ੍ਹਾਂ ਜਿੰਨੇ ਮੌਤ ਚੇਤੇ ਰੱਖੀ ਆ, ਉਹਨਾਂ ਨੂੰ ਫਿਰ ਇਹ ਝੂਠ ਝਾੜ ਚੰਗੇ ਨਹੀਂ ਲੱਗਦੇ ਹਨ। ਉਹਨਾਂ ਨੂੰ ਪਤਾ ਵੀ ਅਸੀਂ ਜਾ ਕੇ ਅੱਗੇ ਹਿਸਾਬ ਦੇਣਾ, ਤੇ ਜਿਨ੍ਹਾਂ ਨੂੰ ਇਹ ਗੱਲ ਭੁੱਲ ਗਈ ਵੀ ਅਸੀਂ ਹਿਸਾਬ ਨਹੀਂ ਦੇਣਾ, ਉਹ ਇਹੋ ਜਿਹੀਆਂ ਗੱਲਾਂ ਕਰ ਲੈਂਦੇ ਹਨ। ਜਿਨ੍ਹਾਂ ਨੂੰ ਇਹ ਗੱਲ ਭੁੱਲ ਗਈ ਵੀ ਕਰਮਾਂ ਦਾ ਖਣੀ ਫਲ ਨਹੀਂ ਮਿਲਣਾ ਹੈ, ਲੋਕਾਂ ਨੂੰ ਪਤਾ ਕੀ ਭੁਲੇਖਾ ਵਾ
ਵੀ 10 ਮਾੜੇ ਕੰਮ ਕਰ ਲਏ ਤੇ ਉਹਦੇ ਵੰਡੇ ਨਾ ਆਪਾਂ 10 ਚੰਗੇ ਕਰ ਲਏ ਤੇ ਉਹ ਕੱਟੇ ਗਏ। ਕੱਟੇ ਨਹੀਂ ਜਾਂਦੇ, ਚੰਗਿਆਂ ਦਾ ਅੱਡ ਫਲ ਮਿਲੂਗਾ ਤੇ ਮਾੜਿਆਂ ਦਾ ਅੱਡ ਮਿਲੂਗਾ। ਇਹ ਭੁਲੇਖਾ ਹੁੰਦਾ ਨਾ ਵੀ ਸ਼ਾਇਦ ਪੁੰਨ ਕੀਤਿਆਂ ਪਾਪ ਕੱਟਿਆ ਜਾਂਦਾ, ਨਾ ਭਗਤੀ ਕੀਤਿਆਂ ਕੱਟਿਆ ਜਾਂਦਾ, ਸਿਮਰਨ ਕੀਤਿਆਂ। ਪੁੰਨ ਕੀਤਿਆਂ ਨਹੀਂ ਕੱਟਿਆ ਜਾਂਦਾ। ਜਿੰਨੇ ਪੁੰਨ ਕਰੀ ਜਾਂਦੇ, ਮੰਨ ਲਓ ਤੁਸੀਂ ਪਾਠ ਕਰਾਉਨੇ ਆ, ਹੋਰ ਪੁੰਨ ਕਰਦੇ, ਉਹਦਾ ਫਲ ਅੱਡ ਮਿਲੂਗਾ, ਜਿਹੜੀਆਂ ਗਲਤੀਆਂ ਕਰਦੇ ਉਹਦਾ ਅੱਡ ਮਿਲੂਗਾ। ਕੱਟਿਆ ਨਹੀਂ ਜਾਂਦਾ ਹੈ। ਹਾਂ, ਭਗਤੀ ਕਰਕੇ ਸਿਮਰਨ ਕਰਕੇ ਕੱਟਿਆ ਜਾਂਦਾ ਹੈ, ਹੋਰ ਕੋਈ ਇਹਨੂੰ ਤਰੀਕਾ ਨਹੀਂ ਆ। ਬਾਣੀ ਪੜਨ ਕਰਕੇ ਕੱਟਿਆ ਜਾਂਦਾ, ਉੱਦਾਂ ਨਹੀਂ ਇਹ ਕੱਟੇ ਕੁੱਟੇ ਜਾਂਦੇ। ਤਾਂ ਇਸ ਤਰ੍ਹਾਂ ਉਹਨੂੰ ਕੁਝ ਲੰਘੇ ਨਾ ਛੇੜ ਨੂੰ। ਘਰ ਦੇ ਵਿੱਚ ਵਿਹੜੇ ਵਿੱਚ ਮੰਜੇ ਤੇ ਬੈਠਾ, ਦੁਖੀ ਹੋ ਕੇ ਸਿਰ ਫੜ ਕੇ ਬੈਠਾ। ਤਾਂ ਜਦੋਂ ਇਹਦੀ ਇਹ ਹਾਲਤ ਹੋ ਗਈ ਨਾ ਸਾਧ ਸੰਗਤ ਜੀ, ਤਾਂ ਇਹਦੀ ਇੱਕ ਲੜਕੀ ਸੀ, ਉਹਨੇ ਪੁੱਛਿਆ ਵੀ ਪਿਤਾ ਤੈਨੂੰ ਕੀ ਦੁੱਖ ਆ, ਕਿ ਤੂੰ ਦਿਨੋਂ ਦਿਨ ਮਰਦਾ ਜਾ ਰਿਹਾ, ਸੁੱਕਦਾ ਜਾ ਰਿਹਾ, ਰੋਟੀ ਨਹੀਂ ਖਾਂਦਾ, ਮੂੰਹ ਤੇਰਾ ਕਾਲਾ ਪਈ ਜਾਂਦਾ ਹੈ। ਉਹਨੇ ਫਿਰ ਸਾਰੀ ਗੱਲ ਦੱਸੀ ਵੀ ਆਹ ਸਿਆਪਾ ਪਾ ਲਿਆ ਮੈਂ। ਤਾਂ ਫਿਰ ਸਾਧ ਸੰਗਤ ਜੀ, ਅਗਰ ਗਾਡੀਦਾਰ ਗੁਰ ਜਾਪੇ ਰੇ ਚੜ ਉੱਤਰ ਤੂੰ, ਕਹਿਓ ਧਨੀ ਮਾਨਿਓ ਜਾਂ ਤੇ ਭੂਤ ਬਲ ਖੀਨੋ ਹੈ। ਉਹ ਕਹਿੰਦੀ ਬਸ ਇੰਨੀ ਗੱਲ? ਹਾਂ ਕਹਿੰਦੇ ਇੰਨੀ ਗੱਲ। ਉਹਨੇ ਆਖਿਆ ਵੀ ਵਿਹੜੇ ਵਿੱਚ ਨਾ ਕੋਈ ਵੱਡੀ ਲੱਕੜ, ਭਾਰੀ ਲੱਕੜ, ਜਿਵੇਂ ਸ਼ਪੈਦਾ ਹੁੰਦਾ ਨਾ, ਏਡੀ ਉੱਚੀ ਲੱਕੜ ਲਿਆ ਕੇ, ਦਰਖਤ ਲਿਆ ਕੇ ਗੱਡ ਦੇ, ਛਾਂਗ ਕੇ ਗੱਡ ਦੇ ਉਹਨੂੰ, ਤੇ ਇਹਨੂੰ ਕਹਿ ਉੱਤੇ ਚੜੀ ਜਾ ਤੇ ਉਤਰੀ ਜਾ, ਇਹੀ ਕੰਮ ਕਰ ਤੂੰ, ਕੋਈ ਨਹੀਂ, ਇਹ ਕੰਮ ਹੀ ਦੱਸਣਾ, ਦੱਸ ਦੇ ਉਹਨੂੰ। ਤੇ ਉਹ ਚੜੀ ਗਿਆ, ਉਤਰੀ ਗਿਆ, ਚੜੀ ਗਿਆ। ਭੂਤ ਨੇ ਸੋਚਿਆ ਵੀ ਇਹ ਵੀ ਕੋਈ ਕੰਮ ਆ, ਤੇ ਉਹਦੀ ਤਾਕਤ ਕਹਿੰਦੇ ਫਿਰ ਖਤਮ ਹੋ ਗਈ। ਉਹ ਪੈਰੀ ਡਿੱਗ ਪਿਆ, ਛੇੜ ਦੇ ਵੀ ਮੈਨੂੰ ਛੱਡ ਦੇ, ਮੈਂ ਤੈਨੂੰ ਨਹੀਂ ਮਾਰਦਾ ਅੱਗੇ, ਮੈਂ ਨਹੀਂ ਮਾਰੂੰਗਾ, ਛੱਡ ਦੇ, ਮੇਰਾ ਲਹੂ ਨਾ ਪੀ। ਇਹ ਕੋਈ ਕੰਮ ਦੱਸ, ਇਹ ਕੀ ਕੰਮ ਆ, ਉੱਤੇ ਚੜੀ ਜਾਓ ਉਤਰੀ ਜਾਓ ਬਸ। ਤਾਂ ਅਗਰ ਗਾਡੀਦਾਰ, ਦਾਰ ਕਹਿੰਦੇ ਲੱਕੜ ਨੂੰ, ਅਗਰ ਕਹਿੰਦੇ ਵਿਹੜੇ ਨੂੰ, ਅਗਰ ਗਾਡੀਦਾਰ ਗੁਰ ਜਾਪੇ ਰੇ ਚੜ ਉੱਤਰ ਤੂੰ, ਕਹਿਓ ਧਨੀ ਮਾਨਿਓ ਜਾਂ ਤੇ ਭੂਤ ਬਲ ਖੀਨੋ ਹੈ। ਉਹਦਾ ਭੂਤ ਦਾ ਬਲ ਘਟ ਗਿਆ। ਤਾਂ ਇਹ ਤਾਂ ਹੋ ਗਈ ਉਦਾਹਰਣ। ਹੁਣ ਭੂਤ ਕੌਣ ਆ ਬਈ? ਸਾਡਾ ਮਨ। ਬਾਕੀ ਜਿਹੜੇ ਬਾਹਰਲੇ ਭੂਤ ਆ ਉਹ ਤੇ ਪਤਾ ਨਹੀਂ ਚਿੰਬੜਨੇ ਕਿ ਨਹੀਂ, ਇਹ ਨਹੀਂ ਪਿੱਛੋਂ ਹਟਦਾ। ਅਜੇ ਕੱਲ ਵੀ ਭੂਤਾਂ ਵਾਲੀ ਗੱਲ ਹੀ ਚੱਲਦੀ ਪਈ ਸੀ ਆਪਣੀ। ਤਾਂ ਸਾਡਾ ਮਨ ਜਿਹੜਾ ਭੂਤ ਆ, ਇਹਦੇ 'ਚ ਇੰਨੀ ਤਾਕਤ ਆ, ਜਿਹੜਾ ਕੰਮ ਕਵੇਂਗਾ ਕਰ ਦਊਗਾ ਫੜ ਕੇ। ਜੇ ਤੁਸੀਂ ਕਿਸੇ ਬੰਨੇ ਮਨ ਲਾ ਲੋਗੇ ਨਾ ਆਪਣਾ, ਤੇ ਜਿਹੜੇ ਕੰਮ ਨੂੰ ਤੁਸੀਂ ਪੈ ਜਾਓਗੇ ਉਹ ਹੋ ਜਾਊਗਾ। ਪਰ ਜੇ ਤੁਸੀਂ ਵਿਹਲਾ ਛੱਡਤਾ ਤੇ ਫਿਰ ਤੁਹਾਨੂੰ ਹੀ ਇਹਨੇ ਖਾ ਜਾਣਾ। ਵਿਹਲਾ ਮਨ ਸ਼ੈਤਾਨ ਦਾ ਘਰ ਹੈ। ਇਸ ਕਰਕੇ ਵਿਹੜੇ ਵਿੱਚ, ਹਿਰਦੇ ਵਿੱਚ ਸਿਮਰਨ ਦੀ ਲੱਕੜ ਗੱਡ ਵੱਡੀ ਭਾਰੀ, ਤੇ ਕਹਿ ਚੜੀ ਜਾ ਉਤਰੀ ਜਾ, ਕੀ ਕਰੀ ਜਾ? ਸਵਾਸ ਗਰਾਸ ਵਾਹਿਗੁਰੂ 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 ਕਰੀ ਜਾ। ਇਹੀ ਰਿਪੀਟ ਕਰ ਬਸ। ਜਦੋਂ ਸਵਾਸ ਗਰਾਸ ਸਿਮਰਨ ਕਰੀ ਜਾਵੇਂਗਾ ਸਾਧ ਸੰਗਤ ਜੀ, ਤਾਂ ਫਿਰ ਇਹ ਮਨ ਰੂਪੀ ਭੂਤਣਾ, ਇਹਦਾ ਬਲ ਘਟ ਜਾਊਗਾ, ਖਤਮ ਹੋ ਜਾਊਗਾ, ਇਹ ਪੈਰੀ ਪੈ ਜਾਊਗਾ। ਇਸ ਕਰਕੇ ਮਹਾਂਪੁਰਖ ਕੀ ਕਹਿੰਦੇ ਨੇ? ਕੈ ਸਰੂਪ ਲਾਵੇ ਕੈ ਸਰੂਪ ਗੀਤ ਗਾਵੇ, ਐਸੇ ਸੰਤ ਜਨੋ ਨਿਜ ਮਨ ਭੂਤ ਬਲ ਖੀਨੋ ਹੈ। ਇੱਦਾਂ ਸੰਤਾਂ ਨੇ ਆਪਣੇ ਮਨ ਰੂਪੀ ਭੂਤਣੇ ਨੂੰ ਇੱਦਾਂ ਵਸ ਦੇ ਵਿੱਚ ਕੀਤਾ ਹੋਇਆ ਹੈ। ਤੇ ਜਿਹੜੇ ਇਹਨੂੰ ਵਿਹਲਾ ਛੱਡੀ ਫਿਰਦੇ ਆ, ਉਹਨਾਂ ਦੀ ਫਿਰ ਹਾਲਤ ਇੱਦਾਂ ਦੀ ਆ ਕਿ ਸਾਰੀ ਦਿਹਾੜੀ ਤਾਸ਼ ਖੇਡੀ ਜਾਣੀ ਪਰ ਗੁਰਦੁਆਰੇ ਨਾ ਆਉਣਾ। ਐਸਾ ਮਨ ਨੇ ਉਹਨਾਂ ਨੂੰ ਖਰਾਬ ਕੀਤਾ ਪਿਆ ਹੈ, ਐਸਾ ਮਨ ਨੇ ਉਹਨਾਂ ਨੂੰ ਪੁੱਟ ਦਿੱਤਾ ਹੈ ਸਾਧ ਸੰਗਤ ਜੀ। ਤਾਂ ਇੱਦਾਂ ਵਾਹਿਗੁਰੂ ਦੇ ਸ਼ਬਦ ਦਾ ਅਭਿਆਸ ਕਰਨਾ ਚਾਹੀਦਾ ਹੈ। ਅੰਗਦ ਬਪ ਧਰ ਕਰ ਸੋਈ, ਉਹ ਜਿਹੜਾ ਵਾਹਿਗੁਰੂ ਆ, ਉਹਨੇ ਹੀ ਗੁਰੂ ਅੰਗਦ ਦੇਵ ਸਾਹਿਬ ਦਾ ਰੂਪ ਧਾਰਿਆ ਹੈ। ਜਗਤ ਵਿਖੇ ਬਣ ਭਗਤ ਦਿਖਾਵੇ, ਤੇ ਜਗਤ ਦੇ ਵਿੱਚ ਭਗਤ ਬਣ ਕੇ ਦਿਖਾਉਂਦੇ ਹਨ। ਸਰੂਪ ਆਪਣੋ ਬਿਦਤਾਵੇ, ਆਪਣਾ ਅਸਲੀ ਸਰੂਪ ਨਹੀਂ ਉਹਨਾਂ ਨੇ ਦੱਸਿਆ ਕਿਸੇ ਨੂੰ। ਕਰਨੋ ਸਿਮਰਨ ਸ੍ਰੀ ਸਤਨਾਮ, ਗੁਰੂ ਅੰਗਦ ਦੇਵ ਸਾਹਿਬ ਨੇ ਸਾਰੀ ਦੁਨੀਆ ਨੂੰ ਆਖਿਆ ਸੀ ਕਿ ਸਤਨਾਮ ਦਾ ਸਿਮਰਨ ਕਰੋ, ਵਾਹਿਗੁਰੂ ਦਾ ਸਿਮਰਨ ਕਰੋ। ਉਪਦੇਸ਼ਤ ਜਗ ਕੋ ਬਸ ਧਾਮ, ਇਹ ਉਪਦੇਸ਼ ਕੀਤਾ ਸੰਸਾਰ ਦੇ ਵਿੱਚ, ਆਪਣੇ ਘਰ ਦੇ ਵਿੱਚ ਰਹਿ ਕੇ, ਜਗਤ ਵਿੱਚ ਰਹਿ ਕੇ ਭਜਨ ਕਰੋ,
ਘਰ ਦੇ ਵਿੱਚ ਗ੍ਰਸਤ ਦੇ ਵਿੱਚ ਰਹਿ ਕੇ ਸਿਮਰਨ ਕਰੋ। ਸਤ ਸੰਗਤ ਸੇਵਨ ਸਿਖਰਾਵੈ। ਗੁਰੂ ਅੰਗਦ ਦੇਵ ਸਾਹਿਬ ਨੇ ਸਤ ਸੰਗਤ ਦੀ ਸੇਵਾ ਸਿਖਾਈ ਹੈ ਕਰਨੀ। ਭਾਵ ਭਗਤ ਕੀ ਰੀਤ ਚਲਾਵੈ। ਪ੍ਰੇਮਾ ਭਗਤੀ ਦੀ ਮਰਿਆਦਾ ਤੋਰੀ ਸੀ ਮਹਾਰਾਜ ਨੇ। ਸ੍ਰੀ ਪਰਮੇਸ਼ਰ ਹਮ ਕੇ ਦਾਸ। ਸ਼੍ਰੀ ਪਰਮੇਸ਼ਰ ਕੇ ਹਮ ਦਾਸ। ਅਸੀਂ ਸ਼੍ਰੀ ਪਰਮੇਸ਼ਰ ਵਾਹਿਗੁਰੂ ਦੇ ਸੇਵਕ ਹਾਂ। ਨਿਰਹੰਕਾਰ ਅਲੋਭ ਨਿਰਾਸ। ਨਿਰਹੰਕਾਰ ਰਹਿਣਾ, ਲੋਭੀ ਨਹੀਂ ਬਣਨਾ, ਨਿਰਾਸ਼ ਰਹਿਣਾ, ਆਪਣੇ ਆਪ ਨੂੰ ਮੁਸਾਫਰ ਸਮਝਣਾ, ਪ੍ਰਾਹੁਣਾ ਸਮਝਣਾ, ਵੀ ਛੱਡ ਕੇ ਤੁਰ ਜਾਣਾ ਇਸ ਸੰਸਾਰ ਨੂੰ। ਪਰਮੇਸ਼ਰ ਭਾਣਾ ਸ਼ੁਭ ਭਾਵਨ। ਤੇ ਵਾਹਿਗੁਰੂ ਦੇ ਭਾਣੇ ਨੂੰ ਸ਼ੁਭ ਕਰਕੇ ਉਹਨੂੰ ਮੰਨਣਾ ਭਾਉਣਾ ਆਪਣੇ ਹਿਰਦੇ ਵਿੱਚ। ਕਾਇਆ ਤੇ ਹੰਤਾ ਸੋ ਉਠਾਵਨ। ਤੇ ਸਰੀਰ ਵਿੱਚੋਂ ਹੰਕਾਰ ਕੱਢਣਾ ਕਿ ਮੈਂ ਸਰੀਰ ਨਹੀਂ ਆ, ਸਰੀਰ ਦੇ ਵਿੱਚ ਬੈਠੀ ਹੋਈ ਆਤਮਾ ਹਾਂ, ਜੋਤ ਹਾਂ, ਜੀਵ ਆਤਮਾ ਹਾਂ। ਇਦਾਂ ਸਰੀਰ ਦਾ ਮਾਣ ਛੱਡਣਾ ਨਿਤ ਸੰਤਨ ਕੀ ਸੇਵਾ ਕਰਨੀ। ਤੇ ਨਿਤ ਸੰਤਾਂ ਦੀ ਸੇਵਾ ਕਰਨੀ। ਸੰਤ ਸੰਗਤ ਮਹਿ ਚਿਤ ਬ੍ਰਿਤ ਧਰਨੀ। ਤੇ ਸਤ ਸੰਗਤ ਵਿੱਚ ਆਪਣੀ ਸੁਰਤ ਜੋੜਨੀ। ਆਪਾ ਨਹੀਂ ਜਨਾਵਨ ਕਰਨੋ। ਕਦੀ ਆਪਣਾ ਆਪ ਨਹੀਂ ਜਣਾਉਣਾ। ਦਾਸਨ ਦਾਸ ਦਾਸ ਨਿਜ ਬਰਨੋ। ਦਾਸਾਂ ਦੇ ਵੀ ਦਾਸ ਆਪਣੇ ਆਪ ਨੂੰ ਵਰਣਨ ਕਰਨਾ। ਪਰਮ ਪ੍ਰੇਮ ਪਰਮੇਸ਼ਰ ਮਾਹੀ। ਤੇ ਜਿਹੜਾ ਪ੍ਰੇਮ ਹੈ ਉਹ ਸਭ ਤੋਂ ਵੱਡੇ ਪਰਮੇਸ਼ਰ ਵਿੱਚ ਲਾ ਕੇ ਰੱਖਣਾ। ਬੇਨਤੀ ਕਰਨ ਸੋ ਮੈਂ ਕੁਛ ਨਾਹੀ। ਬੇਨਤੀਆਂ ਕਰਦੀਆਂ, ਅਰਦਾਸਾਂ ਕਰਦੀਆਂ ਕਿ ਹੇ ਵਾਹਿਗੁਰੂ ਮੈਂ ਕੁਝ ਵੀ ਨਹੀਂ ਹਾਂ। ਕਰਨ ਕਰਾਵਣ ਕੋ ਇੱਕ ਦਾਤਾ। ਹੇ ਵਾਹਿਗੁਰੂ ਕਰਨ ਕਰਾਉਣ ਵਾਲੇ ਤੇ ਆਪ ਜੀ ਦਾਤੇ ਹੋ। ਪੂਰਨ ਸਰਬ ਠਾਰ ਸੋ ਜਾਤਾ। ਤੁਸੀਂ ਪੂਰਨ ਹੋ, ਹਰੇਕ ਜਗ੍ਹਾ ਤੇ ਬੈਠੇ ਹੋ। ਸ਼ਬਦ ਗੁਰੂ ਕੇ ਗਾਵਨ ਕਰਨੇ। ਤੇ ਮਹਾਰਾਜ ਦੀ ਬਾਣੀ ਦੇ ਜਿਹੜੇ ਸ਼ਬਦ ਆ ਪ੍ਰੇਮ ਦੇ ਨਾਲ ਗਾਉਣੇ। ਜਦੋਂ ਸ਼ਬਦ ਤਨ ਸ਼ਰੋਨਣ ਧਰਨੇ। ਜੇ ਨਹੀਂ ਸ਼ਬਦ ਗਾਉਣੇ ਤੇ ਫਿਰ ਕੀਰਤਨ ਸੁਣਨਾ ਕੰਨਾਂ ਦੇ ਵਿੱਚ ਪ੍ਰੇਮ ਨਾਲ ਬਹਿ ਕੇ। ਇਸ ਦਿਨ ਸਿਮਰੋ ਸ਼੍ਰੀ ਸਤਨਾਮ। ਰਾਤ ਦਿਨ ਸ੍ਰੀ ਸਤਨਾਮ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੋ। ਦੋਹੇ ਲੋਕਨ ਕੇ ਪੂਰਤ ਕਾਮ। ਇੱਥੋਂ ਦੀਆਂ ਵੀ ਇਛਾਵਾਂ ਪੂਰੀਆਂ ਹੋਣਗੀਆਂ ਤੇ ਪ੍ਰਲੋਕ ਦੇ ਵੀ ਪੂਰੇ ਕੰਮ ਹੋਣਗੇ। ਇਸ ਵਿਦ ਆਪਣੋ ਆਪ ਛਪਾਏ। ਏਦਾਂ ਗੁਰੂ ਅੰਗਦ ਦੇਵ ਸਾਹਿਬ ਨੇ ਦੁਨੀਆ ਨੂੰ ਉਪਦੇਸ਼ ਦਿੱਤਾ ਸੀ ਆਪਣਾ ਆਪ ਛਪਾ ਕੇ। ਮੈਂ ਕੈਸੇ ਜਗ ਮਹਿ ਬਿਦਤਾਏ। ਆਪਣਾ ਆਪ ਨਹੀਂ ਮਹਾਰਾਜ ਨੇ ਕਦੀ ਵਿਖਾਇਆ ਦੁਨੀਆ ਨੂੰ ਵੀ ਅਸੀਂ ਵਾਹਿਗੁਰੂ ਦਾ ਰੂਪ ਆ। ਇਹਨਾਂ ਨਿਮਰਤਾ ਵਿੱਚ ਭੈ ਭਾਣੇ ਦੇ ਵਿੱਚ ਰਹੇ ਹਨ। ਅਜਰ ਜਰਿਆ ਮਹਾਰਾਜ ਜੀ ਨੇ। ਜੋ ਨਰ ਅਤ ਪ੍ਰੇਮੀ ਸਿੱਖ ਆਹੇ। ਤੇ ਜਿਹੜੇ ਪੁਰਖ ਅਤ ਪ੍ਰੇਮੀ ਸਿੱਖ ਸੀ ਮਹਾਰਾਜ ਦੇ। ਕਹਿਣ ਸੁਣਨ ਸ਼੍ਰੀ ਮੁਖ ਕਰ ਤਾਹੇ। ਭਾਵ ਉਸ ਨਾਲ ਗੱਲਬਾਤ ਮਹਾਰਾਜ ਕਰ ਲੈਂਦੇ ਸਨ। ਹਾਰੀ ਸਾਰੀ ਨਾਲ ਬਚਨ ਨਹੀਂ ਸੀ ਕਰਦੇ। ਜਿਹੜਾ ਬਹੁਤਾ ਪ੍ਰੇਮੀ ਹੁੰਦਾ ਸੀ ਉਹਦੇ ਨਾਲ ਬਚਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਕਰਦੇ ਰਹੇ ਹਨ। ਐਸਾ ਸਤਿਗੁਰੂ ਜੀ ਨੇ ਨਿਮਰਤਾ ਵਾਲਾ ਸੁਭਾਅ ਸਾਧ ਸੰਗਤ ਜੀ ਰੱਖਿਆ ਸੀ। ਤੇ ਅੱਜ ਕੱਲ ਆਪਣਾ ਕੀ ਸੁਭਾਅ ਆ ਸਿੱਖਾਂ ਦਾ? ਅਵਲ ਤੇ ਪਾਠ ਕਰੀਦਾ ਹੀ ਨਹੀਂ ਆ। ਤੇ ਜੇ ਕਰ ਲਿਆ ਤੇ ਜੇ ਪੰਜਾਂ ਸੱਤਾਂ ਨੂੰ ਦੱਸਿਆ ਨਾ ਵੀ ਮੈਂ ਪਾਠ ਕਰਦਾ ਸੀ, ਨਿਤਨੇਮ 'ਚ ਬੈਠਾ ਸੀ, ਉਹਨਾਂ ਦੇ ਠੰਡ ਨਹੀਂ ਪੈਂਦੀ ਹੈ। ਇਹ ਸਭ ਨੂੰ ਦੱਸਣਾ ਹੈ। ਇੱਕ ਸੱਜਣ ਉੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚਲੇ ਗਿਆ ਕੀਰਤਨ ਸੁਣਨ। ਉੱਥੇ ਵੇਖਿਆ ਕੀ ਬਣਦਾ ਹੁੰਦਾ ਕੈਮਰੇ ਅੱਗੇ। ਉਹ ਭਾਵੇਂ ਰਾਗੀ ਵਿਚਾਰੇ ਰਾਗੀ ਕਈ ਵਾਰੀ ਹੁਣ ਜਿੱਥੇ ਬਹਿਣਾ ਉੱਥੇ ਹੀ ਬਹਿਣਾ, ਪਰ ਕਿੱਡੇ ਔਖੇ ਹੋ ਕੇ ਮੂੰਹ ਗਾਂ ਨੂੰ ਕੱਢ ਕੇ ਵਿਖਾਉਂਦੇ ਆ ਆਪਦਾ ਵੀ ਮੈਂ ਵੀ ਬੈਠਾ ਹਾਂ ਇੱਥੇ। ਤੇ ਉਹ ਸੱਜਣ ਫੋਨ ਕਰਕੇ ਕਹਿੰਦਾ ਬਈ ਅੱਜ ਮੇਰੇ ਦਰਸ਼ਨ ਕੀਤੇ ਸੀ। ਵੇਖ ਲਓ ਦਰਸ਼ਨ ਹੀ ਦੱਸਦਾ। ਉਹ ਤੇ ਉਹ ਆਪਣੇ ਭਾਈ ਸਾਹਿਬ ਕਹਿੰਦੇ ਵੀ ਦਰਸ਼ਨ ਲੈ ਤੈਨੂੰ ਨਹੀਂ ਪਤਾ ਮੈਂ ਉੱਥੇ ਰਾਗੀਆਂ ਦੇ ਪਿੱਛੇ ਬੈਠਾ ਸੀ। ਮੈਨੇ ਬੰਦਾ ਇੰਨਾ ਮਾਣ ਚ ਆ ਜਾਂਦਾ ਹਰਿਮੰਦਰ ਸਾਹਿਬ ਬਹਿ ਕੇ ਕਹਿੰਦਾ ਮੇਰੇ ਦਰਸ਼ਨ ਕੀਤੇ ਸੀ ਵੀ ਗੁਰੂ ਰਾਮਦਾਸ ਸਾਹਿਬ ਦੇ ਨਹੀਂ ਕਰਨੇ, ਅਸੀਂ ਤੇਰੇ ਕਰਨੇ ਸੀ। ਇਹ ਮੈਂ ਰਾਗੀਆਂ ਦੇ ਪਿੱਛੇ ਬੈਠਾ ਰਿਹਾ 2 ਘੰਟੇ ਔਖਾ ਹੋ ਕੇ। ਉਹਨਾਂ ਠਾਇਆ ਵੀ ਉੱਠ ਜਾ ਹੋਰ ਕੇ ਨੂੰ ਬਹਿ ਲੈਣ ਦੇ, ਪਰ ਆਪਾਂ ਥੋੜੀ ਉੱਠੇ ਉੱਥੋਂ ਕੈਮਰੇ ਅੱਗੇ। ਤਾਂ ਇਦਾਂ ਸਾਧ ਸੰਗਤ ਜੀ ਹੰਕਾਰ ਤੇ ਫੁਰਦਾ ਹੀ ਫੁਰਦਾ ਹੈ, ਆਉਂਦਾ ਹੀ ਆਉਂਦਾ ਹੈ। ਪਰ ਧੰਨ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਰੱਬ ਦਾ ਰੂਪ ਹੋ ਕੇ ਵੀ ਨਿਮਰਤਾ ਦੇ ਵਿੱਚ ਹੀ ਰਹੇ। ਆਪਣੇ ਆਪ ਨੂੰ ਸੇਵਕ ਜਣਾਇਆ।
ਐਸੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਸਨ। ਲక్ష్ਮੀ ਨਿਤ ਸੇਵਤ ਦਰਬਾਰ, ਮਾਇਆ ਤੇ ਉਹਨਾਂ ਦੇ ਦਰਬਾਰ ਦੀ ਸੇਵਾ ਕਰਦੀ ਸੀ। ਸਿੱਧਾ ਪਦ ਅਰਬਿੰਦ ਜਹਾਰ, ਤੇ ਜਿਹੜੀਆਂ ਸਿੱਧੀਆਂ ਸੀ ਉਹ ਤੇ ਚਰਨਾਂ ਨੂੰ ਨਮਸਕਾਰਾਂ ਕਰਦੀਆਂ ਸਨ। ਨੌ ਨਿੱਦਾ ਕਰ ਜੋਰ ਖਰੀ ਹੈ, 9 ਨਿਧੀਆਂ ਤੇ ਹੱਥ ਜੋੜ ਕੇ ਖਲੋਤੀਆਂ ਰਹਿੰਦੀਆਂ ਸਨ। ਗੁਰ ਆਇਸ ਅਨਸਾਰ ਧਰੀ ਹੈ, ਉਹ ਮਹਾਰਾਜ ਦੀ ਆਗਿਆ ਅਨੁਸਾਰ ਰਹਿੰਦੀਆਂ ਸਨ। ਅਪਰਜ ਸ਼ਕਤਾ ਅਨਕ ਪ੍ਰਕਾਰ, ਹੋਰ ਕਿੰਨੀਆਂ ਕਿ ਸ਼ਕਤੀਆਂ ਹਨ ਜਿਹੜੀਆਂ ਅਨੇਕਾਂ ਪ੍ਰਕਾਰ ਦੀਆਂ। ਜਹਾਂ ਦਿਸ਼ ਗੁਰ ਕੈ ਨਿਤ ਪਰਵਾਰ, ਉਹ ਚਾਰੇ ਪਾਸੇ ਮਹਾਰਾਜ ਦੇ ਦੁਆਲੇ ਰਹਿੰਦੇ ਸਨ। ਅੰਗੀਕਾਰ ਨ ਤਿਸ ਕੋ ਹੋਵੇ, ਪਰ ਮਹਾਰਾਜ ਨੇ ਕਦੀ ਵੀ ਉਹਨਾਂ ਸ਼ਕਤੀਆਂ ਦੀ ਵਰਤੋਂ ਨਹੀਂ ਕੀਤੀ, ਅੰਗੀਕਾਰ ਨਹੀਂ ਕੀਤਾ ਉਹਨਾਂ ਨੂੰ। ਕਬਹੁ ਨਹੀਂ ਤਿਨ ਕੀ ਦਿਸ਼ ਜੋਵੇ, ਕਦੀ ਵੀ ਉਹਨਾਂ ਵੱਲ ਵੇਖਿਆ ਤੱਕ ਨਹੀਂ। ਆਪਣੋ ਨਹਿ ਪ੍ਰਤਾਪ ਕਰ ਸਕਹਿ, ਇਸ ਕਰਕੇ ਮਹਾਰਾਜ ਉੱਤੇ ਉਹਨਾਂ ਦਾ ਅਸਰ ਨਹੀਂ ਸੀ ਪੈਂਦਾ ਸ਼ਕਤੀਆਂ ਦਾ। ਭੂਸ਼ਣ ਭਈ ਗੁਰੂ ਮੁਖ ਤਕ ਹੈ, ਤੇ ਚੁੱਪ ਰਹਿੰਦੀਆਂ ਸੀ, ਮਹਾਰਾਜ ਦੇ ਚਿਹਰੇ ਵੱਲ ਖੜੀਆਂ ਹੋ ਕੇ ਦੇਖਦੀਆਂ ਰਹਿੰਦੀਆਂ ਸਨ। ਕਰਾਮਾਤ ਕੋ ਸਾਗਰ ਭਾਰੀ, ਧੰਨ ਗੁਰੂ ਅੰਗਦ ਦੇਵ ਸਾਹਿਬ ਸ਼ਕਤੀਆਂ ਦੇ ਸਮੁੰਦਰ ਸਨ। ਬੂੰਦ ਸਮਾਨ ਜਾਣ ਨਹਿ ਪਿਆਰੀ, ਪਰ ਇਹਨਾਂ ਰਿੱਧੀਆਂ ਸਿੱਧੀਆਂ ਨੂੰ ਉਹ ਬੂੰਦ ਦੇ ਸਮਾਨ ਸਮਝ ਕੇ ਪਿਆਰ ਨਹੀਂ ਸੀ ਕਰਦੇ। ਕਬਹੁ ਨਾ ਹਿਤ ਕਰ ਕਿਸੋ ਦਿਖਾਈ, ਕਦੀ ਵੀ ਹਿੱਤ ਕਰਕੇ ਕਿਸੇ ਨੂੰ ਸ਼ਕਤੀ ਨਹੀਂ ਵਿਖਾਈ ਮਹਾਰਾਜ ਨੇ। ਮਨੋ ਸਮੀਪ ਨਾ ਏਵ ਛਪਾਈ, ਇਦਾਂ ਲੋਕੇ ਰੱਖੀਆਂ ਹਨ ਵੀ ਮੇਰੇ ਕੋਲੇ ਤੇ ਹੈ ਹੀ ਕੁਝ ਨਹੀਂ ਆ। ਇਦਾਂ ਬਣ ਕੇ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਭਾਣੇ ਵਿੱਚ ਹੀ ਸਾਰੀ ਉਮਰ ਗੁਜ਼ਾਰ ਗਏ ਸਨ। ਅਜਾਰ ਜਰਨ ਸ਼੍ਰੀ ਅੰਗਦ ਜੈਸੇ, ਜਿੰਨਾ ਅਯਾਰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਜਿਸ ਤਰ੍ਹਾਂ ਜਰਿਆ ਹੈ, ਭੂਤ ਭਵੇਖ ਨਾ ਅਬ ਪਾਤ ਐਸੇ, ਨਾ ਪਿੱਛੇ ਕੋਈ ਹੋਊਗਾ ਨਾ ਕੋਈ ਅੱਗੇ ਹੋਊਗਾ ਇਸ ਤਰ੍ਹਾਂ ਦਾ। ਦੋਹਰਾ ਰਚਨ ਸੰਘਾਰਨ ਲੋਕ ਤਰੈ, ਅਸ ਸ਼ਕਤੀ ਕੋ ਪਾਏ। ਸ਼ਕਤੀ ਤੇ ਇੰਨੀ ਪਾਈ ਸੀ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਤੋਂ ਉਹਨਾਂ ਨੇ, ਇਹ ਤਿੰਨਾਂ ਲੋਕਾਂ ਨੂੰ ਬਣਾ ਦੇਣ ਭਾਵੇਂ ਖਤਮ ਕਰ ਦੇਣ। ਨਿਬਾਲ ਨਰਨ ਤੇ ਦੁਖ ਸਹੈ, ਧੰਨ ਗੁਰੂ ਸੁਖਦਾਏ। ਪਰ ਐਸੇ ਗੁਰੂ ਅੰਗਦ ਦੇਵ ਸਾਹਿਬ ਜੀ ਸੀ ਜਿਹੜੇ ਨਿਮਾਣੇ ਜੇ ਲੋਕ ਸੀ ਨਾ, ਉਹ ਵੀ ਕਈ ਵਾਰੀ ਮਹਾਰਾਜ ਨੂੰ ਦੁੱਖ ਦਿੰਦੇ ਸੀ ਤੇ ਆਮ ਬੰਦੇ ਜੇ ਬਣ ਕੇ ਸਹਿ ਲੈਂਦੇ ਸਨ। ਧੰਨ ਗੁਰੂ ਸੁਖਦਾਏ, ਐਸੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੁਖ ਦੇਣ ਵਾਲੇ ਧੰਨ ਸਨ। ਸਾਧ ਸੰਗਤ ਜੀ ਜਿਨ੍ਹਾਂ ਨੂੰ ਖਡੂਰ ਦੇ ਤਪੇ ਨੇ ਪਿੰਡ ਦੇ ਵਿੱਚੋਂ ਬਾਹਰ ਕਢਾਤਾ ਸੀ ਗੁਰੂ ਅੰਗਦ ਦੇਵ ਸਾਹਿਬ ਨੇ। ਕਿਸੇ ਨੂੰ ਪਿੰਡ 'ਚ ਵਸਦੇ ਨੂੰ ਬਾਹਰ ਕਢਾ ਦੇਣਾ ਵੀ ਛੱਡ ਕੇ ਚਲੇ ਜਾਓ, ਪਰ ਮਹਾਰਾਜ ਨੇ ਤਾਂ ਨਹੀਂ ਕੋਈ ਬਚਨ ਕੀਤਾ, ਅੱਗੇ ਪ੍ਰਸੰਗ ਆਊਗਾ। ਸੋ ਹੁਣ ਇੱਥੇ ਹੀ ਸਮਾਪਤੀ ਹੈ। ਭੁੱਲ ਚੁੱਕ ਦੀ ਖਿਮਾ, ਅੱਗੇ ਵਾਸਤੇ ਸਾਰੀਆਂ